ਜੋ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੀਆਂ ਲੜੀਵਾਰ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਗੁਰੂ ਦਰਬਾਰ ਅੰਦਰ ਜੁੜ ਕਰਕੇ ਤੇ ਆਪਣੇ ਆਪਣੇ ਘਰਾਂ ਵਿੱਚ ਬੈਠ ਕਰਕੇ ਇਸ ਸਥਾਨ ਤੋਂ ਸਰਵਣ ਕਰਦੀਆਂ ਹੋ ਉਹ ਗੁਰਬਾਣੀ ਦੀਆਂ ਚੱਲ ਰਹੀਆਂ ਲੜੀਵਾਰ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਆਰੰਭਣ ਤੋਂ ਪਹਿਲਾਂ ਗੁਰੂ ਸਾਹਿਬ ਆਪ ਮਿਹਰ ਕਰਨ, ਆਪਣਾ ਬਖਸ਼ਿਸ਼ ਭਰਿਆ ਹੱਥ ਸਿਰ ਤੇ ਰੱਖਣ। ਸਤਿਗੁਰੂ ਆਪ ਰਸਨਾ ਉੱਤੇ ਵਰਤ ਕੇ ਆਪਣੀ ਬਾਣੀ ਆਪਣੇ ਸ਼ਬਦ ਦੀ ਵਿਚਾਰ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਬਖਸ਼ੋ ਅਸੀਸ। ਕੋਈ ਰਸਨਾ ਵਾਂਝੀ ਨਾ ਰਹੇ। ਦੋਵੇਂ ਹੱਥ ਜੋੜ ਆਪਣੀਆਂ ਮਨ ਔਰ ਬਿਰਤੀਆਂ ਇਕਾਗਰ ਕਰਦਿਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾਂ ਪਵਿੱਤਰ ਔਰ ਮਿਲ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਸਵਈਏ ਮਹੱਲੇ ਚੌਥੇ ਕੇ ਇਕ ਓੰਕਾਰ ਸਤ ਗੁਰ ਪ੍ਰਸਾਦ। ਅਬ ਰਖੋ ਦਾਸ ਪਾਟ ਕੀ ਲਾਜ। ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ। ਹਰ ਨਾਕਸ ਫਾਰੇ ਕਰ ਆਜ। ਜਿਸ ਪਾਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਅਦਬ ਪਿਆਰ ਦੇ ਨਾਲ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ, ਇਹ ਪਾਵਨ ਸ਼ਬਦ ਸਵਈਏ ਮਹੱਲੇ ਚੌਥੇ ਕੇ ਸਰਲੇਖ ਹੇਠ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 1400 ਦੇ ਉੱਪਰ ਭੱਟ ਨਾਲਿਓ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਸੁਭਾਈਮਾਨ ਨੇ। ਇਹਨਾਂ ਪਾਵਨ ਬਚਨਾਂ ਦੇ ਰਾਹੀਂ ਜੋ ਭੱਟ ਜੀ ਅੱਜ ਉਪਦੇਸ਼ ਦੇ ਰਹੇ ਨੇ, ਇੱਕ ਮਨ ਦੀ ਵੇਦਨ ਹੈ, ਇੱਕ ਅਰਦਾਸ ਹੈ ਜੋ ਉਸ ਅਕਾਲ ਪੁਰਖ ਪਰਮੇਸ਼ਵਰ ਦੇ ਅੱਗੇ ਕੀਤੀ ਗਈ। ਤੇ ਉਹ ਅਰਦਾਸ ਕਰਦਿਆਂ ਹੋਇਆਂ ਜੋ ਬਚਨ ਭੱਟ ਜੀ ਵਰਤ ਰਹੇ ਨੇ, ਉਹਨਾਂ ਬਚਨਾਂ ਦੇ ਵਿੱਚ ਉਹ ਆਪਣੀ ਲਾਜ ਆਪਣੀ ਪੱਤ ਰੱਖਣ ਦੀ ਬਾਤ ਕਰ ਰਹੇ। ਜਦੋਂ ਸੰਸਾਰਕ ਤੌਰ ਦੇ ਉੱਤੇ ਆਪਾਂ ਵਿਚਰਦੇ ਹਾਂ, ਹਰ ਬੰਦਾ ਆਪਣੀ ਪੱਤ ਚਾਹੁੰਦਾ, ਇੱਜ਼ਤ ਲੋਚਦਾ ਹੈ। ਕੋਈ ਵੀ ਇਨਸਾਨ ਆਪਣੀ ਬੇਪਤੀ ਜਾਂ ਬੇਇੱਜ਼ਤੀ ਜਿਹੜੀ ਆ ਉਹ ਨਹੀਂ ਚਾਹੁੰਦਾ।
ਪਰ ਖਿਆਲ ਰੱਖਿਓ, ਪੱਤ ਉਦੋਂ ਹੀ ਮਿਲਦੀ ਹੈ ਜਦੋਂ ਪਰਮੇਸ਼ਵਰ ਆਪ ਦੇਵੇ। ਇੱਜ਼ਤ ਉਦੋਂ ਹੀ ਢਕੀ ਰਹਿੰਦੀ ਹੈ ਜਦੋਂ ਪਰਮੇਸ਼ਵਰ ਆਪ ਢੱਕ ਕੇ ਰੱਖਦਾ ਹੈ, ਉਸ ਤੋਂ ਬਿਨਾਂ ਨਹੀਂ। ਇਨਸਾਨ ਦੇ ਵੱਲੋਂ ਕਈ ਤਰ੍ਹਾਂ ਦੇ ਯਤਨ, ਕਈ ਤਰ੍ਹਾਂ ਦੇ ਤਰੀਕੇ, ਢੰਗ ਵਰਤੇ ਜਾਂਦੇ ਨੇ ਆਪਣੀ ਇੱਜ਼ਤ ਨੂੰ ਬਰਕਰਾਰ ਰੱਖਣ ਦੇ ਲਈ। ਪਰ ਉਹਦਾ ਵਰਤਿਆ ਹਰ ਢੰਗ, ਹਰ ਤਰੀਕਾ ਨਿਫਲ ਚਲੇ ਜਾਂਦਾ ਹੈ ਜਦੋਂ ਅਕਾਲ ਪੁਰਖ ਪਰਮੇਸ਼ਵਰ ਉਹਦੀ ਬੇਪਤੀ ਕਰਵਾਉਣ ਤੇ ਆ ਜਾਏ। ਇਸੇ ਲਈ ਜਦੋਂ ਆਪਾਂ ਗੁਰਬਾਣੀ ਪੜ੍ਹਦੇ ਹਾਂ ਨਾ, ਕੇਵਲ ਅੱਜ ਦਾ ਪਾਵਨ ਬਚਨ ਨਹੀਂ, ਇਸ ਤਰ੍ਹਾਂ ਦੇ ਪਹਿਲੋਂ ਵੀ ਕਈ ਬਚਨ ਨੇ ਜਿਹੜੇ ਸਤਿਗੁਰੂ ਜੀ ਨੇ ਸਾਨੂੰ ਬਾਣੀ ਵਿੱਚ ਬਖਸ਼ਿਸ਼ ਕੀਤੇ, ਜਿਨ੍ਹਾਂ ਬੋਲਾਂ ਦੇ ਰਾਹੀਂ, ਜਿਨ੍ਹਾਂ ਬਚਨਾਂ ਦੇ ਰਾਹੀਂ ਸਤਿਗੁਰੂ ਜੀ ਨੇ ਸਾਨੂੰ ਅਕਾਲ ਪੁਰਖ ਪਰਮੇਸ਼ਵਰ ਦੇ ਅੱਗੇ ਅਰਦਾਸ ਕਰਨੀ, ਅਰਜ਼ੋਈ ਕਰਨੀ ਸਿਖਾਈ ਵੀ ਆਹ ਢੰਗ ਹੈ, ਆਹ ਤਰੀਕਾ ਹੈ ਸੱਜਣਾ ਉਸ ਅਕਾਲ ਪੁਰਖ ਦੇ ਅੱਗੇ ਅਰਜ਼ੋਈ ਕਰਨ ਦਾ। ਤੇ ਇਥੋਂ ਤੱਕ ਵੀ ਗੁਰਬਾਣੀ ਨੇ ਫਿਰ ਸਾਨੂੰ ਸਮਝਾਉਂਦਿਆਂ ਜਿਹੜੀਆਂ ਉਦਾਹਰਨਾਂ ਦਿੱਤੀਆਂ ਨਾ, ਉਹਨਾਂ ਦੇ ਵਿੱਚ ਵੀ ਉਹਨਾਂ ਸ਼ਖਸਾਂ ਦੀ ਗੱਲ ਕੀਤੀ ਗਈ, ਉਹਨਾਂ ਮਨੁੱਖਾਂ ਦੀ ਗੱਲ ਕੀਤੀ ਗਈ, ਜਾਂ ਉਹਨਾਂ ਜੀਵਾਂ ਦੀ ਬਾਤ ਕੀਤੀ ਜਾਂਦੀ ਹੈ ਜਿਹੜੇ ਜੀਵ ਸੰਸਾਰਕ ਤੌਰ ਦੇ ਉੱਤੇ ਸੰਸਾਰ ਵੱਲੋਂ ਦੁਰਕਾਰੇ ਜਾ ਚੁੱਕੇ ਨੇ, ਜਿਨ੍ਹਾਂ ਦੀ ਪੱਤ ਵਾਲੇ ਪਾਸਿਓਂ, ਜਿਨ੍ਹਾਂ ਦੀ ਇੱਜ਼ਤ ਵਾਲੇ ਪਾਸਿਓਂ ਦੁਨੀਆ ਕੋਈ ਉਹਨਾਂ ਨੂੰ ਬਹੁਤਾ ਸਨਮਾਨ ਨਹੀਂ ਦੇ ਰਹੀ, ਦੁਨੀਆ ਕੋਈ ਬਹੁਤਾ ਉਹਨਾਂ ਨੂੰ ਚੰਗਾ ਨਹੀਂ ਸਮਝ ਰਹੀ, ਦੁਨੀਆ ਸਿਰਫ ਉਹਨਾਂ ਦੀ ਬੇਪਤੀ ਕਰਨ ਤੇ ਹੈ। ਜਾਂ ਸੰਸਾਰ ਦੇ ਲੋਕ ਇੱਥੋਂ ਤੱਕ ਕਹਿ ਚੁੱਕੇ ਵੀ ਹੁਣ ਇਹਨਾਂ ਦਾ ਕੁਝ ਨਹੀਂ ਬਣ ਸਕਦਾ, ਕੁਝ ਸਵਰ ਨਹੀਂ ਸਕਦਾ, ਕਿਉਂਕਿ ਇਹਨਾਂ ਦਾ ਜੀਵਨ ਬੜਾ ਗੰਦਲਾ ਜਿਹਾ ਹੋ ਚੁੱਕਾ, ਬੜਾ ਗਰਕ ਚੁੱਕਿਆ ਹੈ। ਦੁਨੀਆ ਹੱਥ ਖੜੇ ਕਰ ਗਈ। ਗੁਰਬਾਣੀ ਨੂੰ ਜਦੋਂ ਪੜ੍ਹੋਗੇ ਤੇ ਮਾਲਕ ਜੀ ਨੇ ਇੱਕ ਪਾਵਨ ਬਚਨ ਦਿੱਤਾ ਜਿੱਥੇ ਸਤਿਗੁਰੂ ਕਹਿੰਦੇ ਅਜ਼ਾਮਲ ਪਾਪੀ ਜਗ ਜਾਣੇ। ਹੁਣ ਸਾਰਾ ਜਗਤ ਜਾਣਦਾ ਹੈ ਅਜ਼ਾਮਲ ਬੜਾ ਵੱਡਾ ਪਾਪੀ ਹੈ, ਪਰ ਇਹ ਨਹੀਂ ਵੀ ਉਹ ਪਾਪੀ ਰਹਿ ਗਿਆ। ਉੱਥੇ ਫਿਰ ਨਾਲ ਇਹ ਵੀ ਦੱਸਿਆ ਨਿਮਖ ਮਾਹੇ ਨਿਸਤਾਰ, ਅੱਖ ਝਮਕਣ ਜਿੰਨੇ ਸਮੇਂ ਵਿੱਚ ਉਹਦਾ ਵੀ ਨਿਸਤਾਰ ਹੋ ਗਿਆ, ਉਹ ਵੀ ਤਰ ਗਿਆ। ਤੇ ਇੱਕ ਨਾ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਬਸੰਤ ਰਾਗ ਦੇ ਅੰਦਰ ਪਾਵਨ ਬਚਨ ਹੈ, ਜਿੱਥੇ ਉਹਨਾਂ ਨੇ ਜ਼ਿਕਰ ਕਰਦਿਆਂ ਹੋਇਆਂ ਪਾਵਨ ਬਚਨ ਦੇ ਰਾਹੀਂ ਆਪਣੇ ਮਨ ਨੂੰ ਸੰਬੋਧਿਤ ਕਰਕੇ ਆਖਿਆ ਵੀ ਮਨਾ ਤੂੰ ਰੱਬ ਨੂੰ ਜਪਿਆ ਕਰ, ਪਿਆਰ ਦੇ ਨਾਲ ਉਹਦੀ ਆਰਾਧਨਾ ਕਰਿਆ ਕਰ, ਕਿਉਂਕਿ ਉਹਦੀ ਆਰਾਧਨਾ ਜਿੰਨੇ ਪਿਆਰ ਨਾਲ ਕੀਤੀ, ਜਿੰਨੇ ਉਹਨੂੰ ਆਰਾਧਿਆ, ਭਾਵੇਂ ਫਿਰ ਉਹ ਪ੍ਰਹਿਲਾਦ ਹੈ, ਭਾਵੇਂ ਧਰੂ ਹੈ, ਭਾਵੇਂ ਅਜ਼ਾਮਲ ਹੈ, ਭਾਵੇਂ ਗਨਕ ਹੈ, ਭਾਵੇਂ ਕੁਬਜਾ ਹੈ, ਇਹਨਾਂ ਸਾਰੀਆਂ ਉਦਾਹਰਨਾਂ ਨੂੰ ਗੁਰੂ ਸਾਹਿਬ ਨੇ ਉੱਥੇ ਦਿੱਤਾ ਉਸ ਪਾਵਨ ਬਚਨ ਵਿੱਚ ਵੀ ਇਹਨਾਂ ਸਾਰਿਆਂ ਦਾ ਉਧਾਰ ਹੋ ਗਿਆ, ਇਹਨਾਂ ਸਾਰਿਆਂ ਦੀ ਪੱਤ ਪਰਮੇਸ਼ਵਰ ਨੇ ਆਪ ਰੱਖੀ। ਤੇ ਉਹਦੇ ਵਿੱਚ ਨਾ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਜ਼ਿਕਰ ਕਰਦੇ ਆਖਦੇ, ਕਹਿੰਦੇ ਪ੍ਰਹਿਲਾਦ ਰੱਖੀ ਪੈਜ ਹਰ ਆਪ। ਪ੍ਰਹਿਲਾਦ ਦੀ ਪੈਜ ਰੱਬ ਨੇ ਆਪ ਰੱਖੀ। ਵਸਤਰ ਸ਼ੀਨਤ ਦ੍ਰੋਪਦੀ ਰੱਖੀ ਲਾਜ। ਹੁਣ ਦ੍ਰੋਪਦੀ ਦੇ ਵਸਤਰ ਜਿਹੜੇ ਉਹ ਛੀਣੇ ਜਾ ਰਹੇ, ਤੇ ਉਹਦੀ ਲਾਜ ਵੀ ਜਿਹੜੀ ਉਹ ਪਰਮੇਸ਼ਵਰ ਹਰੀ ਆਪ ਰੱਖ ਰਿਹਾ। ਇਹ ਮਿਥਿਹਾਸ ਦੀਆਂ ਉਦਾਹਰਨਾਂ ਨੇ, ਪਰ ਇਹਨਾਂ ਉਦਾਹਰਨਾਂ ਦੇ ਰਾਹੀਂ ਜੋ ਸਤਿਗੁਰੂ ਸਾਨੂੰ ਸਮਝਾ ਰਹੇ, ਜੋ ਸਿੱਖਿਆ ਦੇ ਰਹੇ, ਉਹ ਇਹ ਹੈ ਕਿ ਜਿਹੜਾ ਜੀਵ
ਅਕਾਲ ਪੁਰਖ ਪਰਮੇਸ਼ਵਰ ਦਾ ਸਹਾਰਾ ਆਸਰਾ ਲੈ ਕੇ ਚੱਲਦਾ ਹੈ, ਉਹਦੀ ਪੱਤ ਰੱਖਣ ਦੀ ਜ਼ਿੰਮੇਵਾਰੀ ਵੀ ਅਕਾਲ ਪੁਰਖ ਪਰਮੇਸ਼ਵਰ ਦੀ ਆਪ ਹੈ। ਉਹ ਪੱਤ ਰੱਖਦਾ ਵੀ ਹੈ। ਜਿਹਨੂੰ ਸਤਿਗੁਰੂ ਜੀ ਨੇ ਫਿਰ ਬਚਨ ਵਿੱਚ ਭਗਤ ਨਾਮਦੇਵ ਜੀ ਨੇ ਆਖਿਆ, ਦੇਵਾ ਪਾਹਨ ਤਾਰੀ ਅਲੇ ਰਾਮ ਕਹਿਤ ਜਨ ਕਛ ਨਾ ਤਰੈ, ਤਾਰੀ ਲੈ ਗਨ ਕਾ ਬਿਨ ਰੂਪ ਕੁਬਜਾ ਬਿਆਦ ਅਜਾਮਲ ਤਾਰੀ ਅਲੇ। ਸਾਰਿਆਂ ਨੂੰ ਤੁਸੀਂ ਉਧਾਰਿਆ, ਤੁਸੀਂ ਉਧਾਰ ਕੀਤਾ ਇਹਨਾਂ ਸਾਰਿਆਂ ਦਾ। ਇਹਨਾਂ ਦੀ ਪੱਤ ਰੱਖੀ। ਹਾਲਾਂਕਿ ਸੰਸਾਰ ਦੇ ਲੋਕਾਂ ਵੱਲੋਂ ਇਹਨਾਂ ਦੀ ਪੱਤ ਨੂੰ ਰੋਲਣ ਦਾ ਬਹੁਤ ਯਤਨ ਕੀਤਾ ਗਿਆ, ਇਹਨਾਂ ਦੀ ਇੱਜ਼ਤ ਨੂੰ ਖਤਮ ਕਰਨ ਦਾ, ਇਹਨਾਂ ਦੀ ਬੇਪੱਤੀ ਕਰਨ ਦਾ ਬਹੁਤ ਯਤਨ ਕੀਤਾ ਗਿਆ। ਕਿ ਅਜਾਮਲ ਦੀ ਬੇਪੱਤੀ ਨਹੀਂ ਸਮਾਜ ਨੇ ਕੀਤੀ? ਕਿ ਦ੍ਰੋਪਦੀ ਦੀ ਬੇਪੱਤੀ ਕਰਨ ਦੀ ਕੋਸ਼ਿਸ਼ ਯਤਨ ਨਹੀਂ ਕੀਤਾ ਗਿਆ? ਕਿੰਨੇ ਯਤਨ ਕੀਤੇ ਜਾ ਰਹੇ ਦ੍ਰੋਪਦੀ ਦੇ, ਉਹਦੀ ਬੇਪੱਤੀ ਕਰਨ ਦੇ, ਜਾਂ ਅਜਾਮਲ ਦੀ ਬੇਪੱਤੀ ਸਮਾਜ ਵਿੱਚ ਹੋ ਰਹੀ ਹੈ। ਜੇ ਕੁਬਜ਼ਾ ਦੀ ਗੱਲ ਕਰਦੇ ਆ ਤੇ ਉਹਦੀ ਜਿਹੜਾ ਪੱਤ ਹੈ, ਉਹਦੀ ਇੱਜ਼ਤ ਹੈ, ਉਹਦੀ ਵੀ ਕੋਈ ਬਹੁਤਾ ਮਾਨ ਸਨਮਾਨ ਨਹੀਂ। ਜਾਂ ਹੋਰ ਬਾਕੀਆਂ ਦੀ ਜੇ ਆਪਾਂ ਧਰੂ ਦੀ, ਪ੍ਰਹਿਲਾਦ ਦੀ ਗੱਲ ਕਰਦੇ ਹਾਂ ਤੇ ਕਿੰਨੀ ਕੁ ਪੱਤ ਹੈ। ਭਗਤ ਪ੍ਰਹਿਲਾਦ ਜੀ ਨੂੰ ਵੀ ਸਾਰੇ ਦਾ ਸਾਰਾ ਉਹਦੇ ਪਿਤਾ ਦੇ ਕਹਿਣ ਉੱਤੇ ਸਾਰੇ ਦੁਰਕਾਰ ਰਹੇ। ਕੋਈ ਚੰਗਾ ਨਹੀਂ ਕਹਿ ਰਿਹਾ, ਉਹ ਸਾਰੇ ਹੀ ਕਹਿ ਰਹੇ ਤੂੰ ਬਹੁਤ ਮਾੜਾ ਕਰ ਰਿਹਾ, ਤੂੰ ਆਪਣੇ ਪਿਤਾ ਦੇ ਖਿਲਾਫ ਚੱਲ ਰਿਹਾ। ਧਰੂ ਦੀ ਬੇਪੱਤੀ ਉਹਦੀ ਮਤਰੇਈ ਮਾਂ ਕਰਦੀ ਆ, ਪਕੜ ਕੇ ਉਹਨੂੰ ਬਾਂਹ ਤੋਂ ਉਹਦੀ ਪਿਤਾ ਦੀ ਗੋਦੀ 'ਚ ਉਠਾ ਦਿੰਦੀ ਵੀ ਤੈਨੂੰ ਇੱਥੇ ਬਹਿਣ ਦਾ ਕੋਈ ਹੱਕ ਨਹੀਂ। ਜੇ ਤੈਨੂੰ ਰਾਜੇ ਦੀ ਗੋਦ ਵਿੱਚ ਬਹਿਣ ਦਾ ਚਾਅ ਇੱਛਾ ਤੇ ਮੇਰੀ ਕੁੱਖ ਤੋਂ ਜਨਮ ਲੈਂਦਾ। ਇਹ ਬੇਪੱਤੀ ਜੋ ਸਮਾਜ ਵਿੱਚ ਸਮਾਜ ਵਾਲਿਆਂ ਵੱਲੋਂ ਕੀਤੀ ਜਾ ਰਹੀ ਹੈ। ਪਰ ਇਹ ਨਹੀਂ, ਹੁਣ ਜੇ ਆਪਾਂ ਇਹਨਾਂ ਦੀ ਗੱਲ ਕਰਾਂਗੇ ਤੇ ਫਿਰ ਭਗਤ ਨਾਮਦੇਵ ਜੀ ਦਾ ਜੀਵਨ ਪੜ੍ਹੋ। ਉਹਨਾਂ ਦੀ ਬੇਪੱਤੀ ਵੀ ਧਾਰਮਿਕ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ, ਹਾਲਾਂਕਿ ਆਪਣੇ ਆਪ ਨੂੰ ਧਾਰਮਿਕ ਖਵਾਉਣ ਵਾਲੇ, ਪਰ ਬੇਪੱਤੀ ਕਰਨ ਲੱਗੇ ਉਹਨਾਂ ਵੀ ਗੁਰੇਜ਼ ਨਹੀਂ ਕੀਤਾ। ਉਹਨਾਂ ਵੀ ਕਹਿਤਾ ਵੀ ਤੁਹਾਨੂੰ ਕੋਈ ਹੱਕ ਹੀ ਨਹੀਂ ਹੈ ਤੈਨੂੰ ਰੱਬ ਰੱਬ ਕਰਨ ਦਾ। ਤੈਨੂੰ ਕਿਹਨੇ ਕਹਿਤਾ ਤੈਨੂੰ ਰੱਬ ਰੱਬ ਕਰਨ ਦਾ ਹੱਕ ਹੈ? ਹੁਣ ਉਹ ਭਗਤ ਨਾਮਦੇਵ ਜੀ ਨੂੰ ਬਾਹੋਂ ਫੜ ਕੇ ਉਹ ਮੰਦਿਰ ਚੋਂ ਕੱਢ ਦਿੰਦੇ ਵੀ ਜਾ ਚਲਾ ਜਾ, ਤੇਰੇ ਲਈ ਇੱਥੇ ਥਾਂ ਹੀ ਕੋਈ ਨਹੀਂ। ਪਰ ਜਦੋਂ ਪੱਤ ਅਕਾਲ ਪੁਰਖ ਪਰਮੇਸ਼ਵਰ ਰੱਖਦਾ ਤੇ ਫਿਰ ਆਪਾਂ ਇਹ ਬਚਨ ਰੋਜ਼ਾਨਾ ਪੜ੍ਹਦੇ ਹਾਂ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ RAM ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ, ਅੰਤ ਲੈ ਛਡਾਇਆ। ਰੱਖੀ ਪੈਜ ਉਹਨੇ ਆਪ ਆ ਕੇ ਰੱਖੀ। ਹੁਣ ਜਦੋਂ ਪੱਤ ਰੱਖਣ ਦੀ ਬਾਤ ਆਉਂਦੀ ਹੈ, ਪੈਜ ਰੱਖਣ ਦੀ ਬਾਤ ਆਉਂਦੀ ਹੈ ਤੇ ਫਿਰ ਪੈਜ ਉਹ ਅਕਾਲ ਪੁਰਖ ਪਰਮੇਸ਼ਵਰ ਤੋਂ ਬਿਨਾਂ ਕੋਈ ਨਹੀਂ ਜਿਹੜਾ ਰੱਖ ਸਕਦਾ ਹੋਵੇ। ਇਸੇ ਕਰਕੇ ਸਤਿਗੁਰੂ ਜੀ ਨੇ ਬਾਣੀ ਦੇ ਵਿੱਚ ਲਫ਼ਜ਼ ਵਰਤਦੇ ਆਖਿਆ ਸੀ, ਅਕਾਲ ਪੁਰਖ ਪਰਮੇਸ਼ਵਰ ਜੀ ਪ੍ਰੇਮ ਪਟੋਲਾ ਤੈਂ ਸ਼ਹਾਦਤਾ ਢੱਕਣ ਕੂ ਪੱਤ ਮੇਰੀ, ਦਾਨਾ ਬੀਨਾ ਸਾਈਂ ਮੈਂਡਾ ਨਾਨਕ ਸਾਰ ਨਾ ਜਾਣਾ ਤੇਰੀ। ਤੁਸੀਂ ਮੇਰਾ ਜਿਹੜਾ ਪ੍ਰੇਮ ਰੂਪੀ ਵਸਤਰ ਮੈਨੂੰ ਬਖਸ਼ਿਸ਼ ਕੀਤਾ ਤੇ ਉਹ ਜਿਹੜਾ ਪ੍ਰੇਮ ਰੂਪੀ ਤੁਸੀਂ ਰੇਸ਼ਮ ਦਾ ਪੱਟ, ਰੇਸ਼ਮ ਦਾ ਕੱਪੜਾ ਮੈਨੂੰ ਦਿੱਤਾ, ਉਹ ਮੇਰੀ ਪੱਤ ਢੱਕਣ ਵਾਸਤੇ ਦਿੱਤਾ। ਉਹਦੇ ਨਾਲ ਮੇਰੀ ਪੱਤ ਜਿਹੜੀ ਉਹ ਢੱਕੀ ਹੋਈ ਹੈ, ਉਹਦੇ ਨਾਲ ਮੇਰੀ ਇੱਜ਼ਤ ਜਿਹੜੀ ਉਹ ਢੱਕੀ ਹੋਈ ਹੈ। ਮੈਂ ਆਪਣੀ ਪੱਤ ਬਚਾ ਕੇ ਰੱਖੀ ਹੈ। ਅੱਜ ਇਸੇ ਅਰਦਾਸ ਨੂੰ ਫਿਰ ਭੱਟ ਜੀ ਨੇ ਸਾਨੂੰ ਸਿਖਾਇਆ, ਭਾਈ ਏਦਾਂ ਅਰਦਾਸ ਉਸ ਮਾਲਕ ਅੱਗੇ, ਪਰਮੇਸ਼ਵਰ ਦੇ ਅੱਗੇ ਕਰ। ਤੇ ਅਰਦਾਸ ਦੇ ਬੋਲ ਕੀ ਨੇ? ਕਹਿੰਦੇ ਅਬ ਰਾਖੋ ਦਾਸ ਭਾਟ ਕੀ ਲਾਜ। ਰੱਬ ਜੀ ਹੁਣ ਆਪਣੇ ਇਸ ਦਾਸ ਦੀ ਵੀ ਲਾਜ ਤੁਸੀਂ ਰੱਖੋ, ਪੱਤ ਰੱਖੋ। ਇਹ ਨਹੀਂ ਵੀ ਕਹਿਤਾ ਪੈਜ ਰੱਖ ਲੋ, ਲਾਜ ਰੱਖ ਲੋ ਤੇ ਬਸ ਨਿਬੜ ਗਿਆ। ਫਿਰ ਦੱਸਿਆ ਵੀ ਪੱਤ ਰੱਖਣੀ ਕਿੱਦਾਂ, ਮੇਰੇ ਕਰਮ ਕਿੱਦਾਂ ਦੇ ਨੇ, ਤੇ ਮੈਂ ਆਪਣੀ ਪੱਤ ਉਸੇ ਤਰ੍ਹਾਂ ਤੁਹਾਡੇ ਕੋਲੋਂ ਰਖਾਉਣੀ ਚਾਹੁੰਦਾ ਜਿੱਦਾਂ ਆਪ ਜੀ ਨੇ ਇਹਨਾਂ ਸਾਰੇ ਜੀਵਾਂ ਦੀ ਰੱਖੀ ਹੈ। ਕਿਵੇਂ? ਕਹਿੰਦੇ ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ, ਏਦਾਂ ਮੇਰੀ ਵੀ ਲਾਜ ਰੱਖੋ। ਹਰਨਾਕਸ਼ ਫਾਰੇ ਕਰ ਆਜ, ਜਿਵੇਂ ਤੁਸੀਂ ਭਗਤ ਪ੍ਰਹਿਲਾਦ ਜੀ ਦੀ ਪੱਤ ਨੂੰ ਰੱਖਿਆ, ਉਹਨਾਂ ਦੀ ਇੱਜ਼ਤ ਨੂੰ ਰੱਖਿਆ, ਹਰਨਾਕਸ਼ ਦੇ ਤੁਸੀਂ ਜਿਹੜੇ ਉਹਦਾ ਵੱਧ ਕੀਤਾ, ਉਹਨੂੰ ਮਾਰਿਆ, ਆਪਣੇ ਹੱਥਾਂ ਦੇ ਨਹੁੰਆਂ ਦੇ ਨਾਲ, ਉਂਗਲਾਂ ਤੋਂ ਵਧੇ ਹੋਏ ਹਿੱਸੇ ਨਾਲ, ਕਰ ਆਜ ਆਪਣੇ ਜਿਹੜੇ ਤੁਹਾਡੇ ਉਂਗਲਾਂ ਤੋਂ ਵਧੇ ਹੋਏ ਹਿੱਸੇ ਨੇ, ਉਹਨਾਂ ਹਿੱਸਿਆਂ ਦੇ ਨਾਲ ਤੁਸੀਂ ਹਰਨਾਕਸ਼ ਫਾਰੇ, ਹਰਨਾਕਸ਼ ਨੂੰ ਫਾੜਿਆ ਤੁਸੀਂ, ਭਾਵ ਉਹਨੂੰ ਮਾਰਿਆ, ਉਹਦਾ ਵੱਧ ਕੀਤਾ। ਪ੍ਰਹਿਲਾਦ ਦੀ ਪੱਤ ਰੱਖੀ ਹੈ ਤੁਸੀਂ,
ਕਿਉਂਕਿ ਪ੍ਰਹਿਲਾਦ ਇਸ ਭਰੋਸੇ ਤੇ ਬੈਠਾ ਹੈ ਵੀ ਪਰਮੇਸ਼ਵਰ ਮੈਨੂੰ ਬਚਾਉਣ ਵਾਲਾ, ਅਕਾਲ ਪੁਰਖ ਮੈਨੂੰ ਬਚਾਉਣ ਵਾਲਾ ਹੈ। ਜਦ ਕਿ ਉਹਦੇ ਪਿਤਾ ਵੱਲੋਂ ਇਹ ਕਿਹਾ ਜਾ ਰਿਹਾ ਹੈ ਵੀ ਤੂੰ ਹਰਨਾਕਸ਼ ਨੂੰ ਜਪ, ਮੇਰੀ ਆਰਾਧਨਾ ਕਰ, ਤੇ ਭਗਤ ਪ੍ਰਹਿਲਾਦ ਕਹਿ ਰਿਹਾ ਵੀ ਨਹੀਂ, ਮੈਂ ਤੁਹਾਨੂੰ ਨਹੀਂ ਜਪਣਾ, ਕਿਉਂਕਿ ਮੈਂ ਉਹਨੂੰ ਜਪਦਾ ਜਿਹੜਾ ਤੁਹਾਨੂੰ ਵੀ ਬਣਾਉਣ ਵਾਲਾ ਹੈ। ਤੁਸੀਂ ਕਹਿੰਦੇ ਹੋ ਜਲੇ ਹਰਨਾਕਸ਼ ਥਲੇ ਹਰਨਾਕਸ਼, ਪਰ ਮੈਂ ਆਖਦਾ ਜਲੇ ਹਰੀ ਥਲੇ ਹਰੀ, ਇਹਾਂ ਹਰੀ ਉਹਾਂ ਹਰੀ। ਮੈਂ ਆ ਆਰਾਧਨ ਵਾਲਾ, ਮੈਂ ਹਰਨਾਕਸ਼ ਨਹੀਂ ਕਹਿ ਸਕਦਾ। ਫਿਰ ਵੇਖੋ ਹੈਰਾਨੀ ਦੀ ਬਾਤ, ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ ਨੂੰ ਜਦੋਂ ਪੜ੍ਹੋਗੇ ਨਾ ਤੇ ਪ੍ਰਹਿਲਾਦ ਜੀ ਦੀ ਸ਼ਿਕਾਇਤ ਵੀ ਲੈ ਕੇ ਜਾਂਦੇ। ਸੰਡਾ ਮਰਕਾ ਜਾਏ ਪੁਕਾਰੇ, ਪ੍ਰਹਿਲਾਦ ਆਪ ਵਿਗੜਿਆ ਸਭ ਚਾਟੜੇ ਵਿਗਾੜੇ। ਇਹ ਆਪ ਤੇ ਵਿਗੜੇ ਹੀ ਹੋਇਆ, ਇਹਨੇ ਸਾਰੇ ਚਾਟੜੇ ਵੀ ਵਿਗਾੜਤੇ। ਇਹ ਆਪ ਤੇ ਸਾਡੀ ਗੱਲ ਮੰਨਦਾ ਕੋਈ ਨਹੀਂ, ਸਾਡੀ ਬਾਤ ਸੁਣਦਾ ਕੋਈ ਨਹੀਂ। ਅਸੀਂ ਬੜਾ ਯਤਨ ਕੀਤਾ ਵੀ ਤੂੰ ਹਰੀ ਹਰੀ ਨਾ ਕਹਿ, ਹਰਨਾਕਸ਼ ਹਰਨਾਕਸ਼ ਕਹਿਣ ਲੱਗ ਜਾ, ਪਰ ਇਹ ਨਾ ਤੇ ਆਪ ਹਰਨਾਕਸ਼ ਹਰਨਾਕਸ਼ ਕਹਿੰਦਾ, ਤੇ ਜਿਹੜੇ ਇਹਦੇ ਕੋਲ ਬੈਠਦੇ ਨੇ, ਇਹਦੇ ਦੋਸਤ ਮਿੱਤਰ ਜਿਹੜੇ ਇਹਦੇ ਨਾਲ ਰਹਿੰਦੇ ਨੇ, ਉਹਨਾਂ ਨੂੰ ਵੀ ਨਹੀਂ ਆਖਣ ਦਿੰਦਾ। ਉਹਨਾਂ ਨੂੰ ਵੀ ਕਹਿੰਦਾ ਤੁਸੀਂ ਵੀ ਜਲੇ ਹਰੀ ਥਲੇ ਹਰੀ ਆਖੋ, ਤੁਹਾਨੂੰ ਲੋੜ ਹੀ ਨਹੀਂ ਹਰਨਾਕਸ਼ ਕਹਿਣ ਦੀ। ਹੁਣ ਇਹ ਆਪ ਤੇ ਵਿਗੜੇ ਹੀ ਹੋਇਆ, ਇਹਨੇ ਚਾਟੜੇ ਬਾਕੀ ਵੀ ਵਿਗਾੜੇ ਹੋਏ, ਬਾਕੀ ਵੀ ਇਹਨੇ ਸਾਥੀ ਵਿਗਾੜੇ ਹੋਏ ਨੇ। ਹੁਣ ਇਹਨਾਂ ਸਾਰੀਆਂ ਬਾਤਾਂ ਨੂੰ ਸੁਣ ਕੇ, ਵਾਰਤਾਲਾਪ ਸਾਰੇ ਸੁਣ ਕੇ, ਤੇ ਫਿਰ ਪ੍ਰਹਿਲਾਦ ਦਾ ਪਿਤਾ ਹਰਨਾਕਸ਼ ਕ੍ਰੋਧਿਤ ਹੁੰਦਾ ਹੈ ਨਾ ਵੀ ਮੈਂ ਤੇ ਇਹਨੂੰ ਕੀ ਸਮਝਾਉਣ ਨੂੰ ਫਿਰਦਾ, ਕੀ ਪੜਾਉਣ ਨੂੰ ਫਿਰਦਾ, ਤੇ ਪੜ੍ਹ ਕੀ ਰਿਹਾ। ਜਿਹੜਾ ਕੁਛ ਇਹਨੂੰ ਮੈਂ ਪੜ੍ਹਨ ਵਾਸਤੇ ਭੇਜਿਆ ਉਹ ਤੇ ਇਹਨੇ ਪੜ੍ਹਿਆ ਹੀ ਕੋਈ ਨਹੀਂ, ਤੇ ਆਪਣੀ ਮਰਜ਼ੀ ਦੀ ਪੜ੍ਹਾਈ ਕਰ ਰਿਹਾ, ਆਪਣੀ ਮਰਜ਼ੀ ਦੇ ਨਾਲ ਪੜ੍ਹ ਰਿਹਾ। ਮੈਂ ਹਰਨਾਕਸ਼ ਦੀ ਆਰਾਧਨਾ ਕਰਨ ਵਾਸਤੇ ਕਹਿ ਰਿਹਾ, ਪਰ ਇਹ ਹਰੀ ਦੀ ਆਰਾਧਨਾ ਕਰ ਰਿਹਾ। ਹਰੀ ਤੋਂ ਹੁਣ ਹਰਨਾਕਸ਼ ਜਿਹੜਾ ਉਹ ਆਪਣੇ ਆਪ ਨੂੰ ਰੱਬ ਸਮਝਦਾ ਹੈ ਵੀ ਮੈਂ ਪਰਮਾਤਮਾ ਆ। ਫਿਰ ਕੀ ਹੁੰਦਾ ਹੁਣ ਹਰਨਾਕਸ਼ ਜਿਹੜਾ ਉਹਨੂੰ ਹੰਕਾਰ ਹੈ ਨਾ ਕੁਝ ਗੱਲਾਂ ਦਾ, ਜਿਸ ਕਰਕੇ ਉਹ ਸਾਰੇ ਦੇ ਸਾਰੇ ਸਮਾਜ ਵਿੱਚ, ਆਪਣੇ ਨਗਰ ਦੇ ਵਿੱਚ, ਆਪਣੇ ਰਾਜ ਭਾਗ ਦੇ ਵਿੱਚ ਸਾਰਿਆਂ ਨੂੰ ਇਹ ਕਹਿੰਦਾ ਵੀ ਭਾਈ ਤੁਸੀਂ ਮੈਨੂੰ ਕਦੇ ਮੌਤ ਨਹੀਂ ਆਉਣੀ, ਤੇ ਤੁਸੀਂ ਸਾਰੇ ਮੇਰੀ ਆਰਾਧਨਾ ਕਰੋ, ਮੈਂ ਹੀ ਰੱਬ ਆ, ਮੈਂ ਹੀ ਅਕਾਲ ਪੁਰਖ ਆ, ਮੈਂ ਹੀ ਪਰਮੇਸ਼ਵਰ ਆ। ਜਿਸ ਕਰਕੇ ਸਮਾਜ ਡਰ ਗਿਆ। ਸਮੇਂ ਦਾ ਰਾਜਾ ਹੈ, ਹੁਣ ਰਾਜੇ ਦਾ ਖੌਫ ਤੇ ਸਮਾਜ ਵਿੱਚ ਹੋਏਗਾ, ਸੁਭਾਵਿਕ ਜਿਹੀ ਬਾਤ ਹੈ। ਹੁਣ ਰਾਜਾ ਹੋਣ ਕਰਕੇ ਉਹਦੇ ਤੋਂ ਸਾਰੇ ਡਰ ਗਏ, ਜਿਸ ਕਰਕੇ ਸਾਰਿਆਂ ਨੇ ਰੱਬ ਛੱਡ ਦਿੱਤਾ, ਸਾਰਿਆਂ ਨੇ ਅਕਾਲ ਪੁਰਖ ਦੀ ਆਰਾਧਨਾ ਛੱਡ ਦਿੱਤੀ, ਸਾਰੇ ਹਰਨਾਕਸ਼ ਨੂੰ ਆਰਾਧਨ ਲੱਗ ਪਏ। ਹਰਨਾਕਸ਼ ਹੋਰ ਹੰਕਾਰ ਵਿੱਚ ਆ ਗਿਆ। ਪਰ ਰੱਬ ਨੇ ਐਸੀ ਖੇਡ ਬਣਾਈ, ਐਸੀ ਰਚਨਾ ਰਚੀ ਵੀ ਜਿਹੜਾ ਉਹਨੇ ਸਮਾਜ ਵਿੱਚ ਪੈਦਾ ਕੀਤਾ, ਉਹਦੀ ਮੌਤ ਦਾ ਕੋਈ ਨਾ ਕੋਈ ਕਾਰਨ ਜਿਹੜਾ ਉਹ ਬਣਾਉਂਦਾ ਹੈ, ਭਾਵੇਂ ਉਹ ਜਿੱਦਾਂ ਦਾ ਮਰਜ਼ੀ ਹੈ। ਤੇ ਰੱਬ ਨੇ ਐਸਾ ਕੌਤਕ ਵਰਤਾਇਆ, ਉਹਨੂੰ ਮਾਰਨ ਵਾਲਾ ਉਹਦੇ ਘਰ ਵਿੱਚ ਹੀ ਪੈਦਾ ਕਰਤਾ ਵੀ ਆ ਲੈ ਹੀ ਤੈਨੂੰ ਮਾਰੇਗਾ। ਤੂੰ ਸਮਾਜ ਵਿੱਚ ਆਪਣਾ ਆਪਾ ਜਿਹੜਾ ਉਹ ਪ੍ਰਸਾਰ ਰਿਹਾ ਨਾ, ਤੂੰ ਸਮਾਜ ਵਿੱਚ ਆਪਣੇ ਆਪੇ ਨੂੰ ਸਾਬਤ ਕਰ ਰਿਹਾ, ਤੂੰ ਕਹਿੰਦਾ ਮੈਂ ਰੱਬ ਆ। ਵੇਖੀ ਹੁਣ ਤੇਰੀ ਮੌਤ ਦਾ ਕਾਰਨ ਵੀ ਤੇਰੇ ਘਰ ਦੇ ਵਿੱਚ ਹੀ ਹੈ, ਤੇ ਤੇਰੇ ਪੁੱਤਰ ਨਹੀਂ ਤੇਰੀ ਮੌਤ ਦਾ ਕਾਰਨ ਬਣਨਾ। ਉਹ 5 ਸਾਲਾਂ ਦਾ ਨਹੀਂ, ਤੇ ਬੱਚੇ ਨੂੰ ਕਿੰਨੀ ਕੁ ਸੋਝੀ, ਕਿਤੇ ਕਿੰਨਾ ਕੁ ਗਿਆਨ, ਪਰ ਉਹ ਇੰਨਾ ਕੁ ਜ਼ਿਆਦਾ ਉਹਦੀ ਸੁਰਤ ਅਕਾਲ ਪੁਰਖ ਪਰਮੇਸ਼ਵਰ ਨਾਲ ਜੁੜੀ, ਉਹ ਰੱਬ ਤੋਂ ਬਿਨਾਂ ਚਾਹੁੰਦਾ ਹੀ ਕੁਛ ਹੋਰ ਨਹੀਂ। ਹੁਣ ਉਹਦੇ ਪਿਤਾ ਵੱਲੋਂ ਕਈ ਤਰ੍ਹਾਂ ਦੇ ਯਤਨ ਕੀਤੇ ਜਾਂਦੇ, ਫਿਰ ਵੀ ਸ਼ਾਇਦ ਇਹ ਕਿਸੇ ਨਾ ਕਿਸੇ ਢੰਗ ਨਾਲ ਮੰਨ ਜਾਏ, ਕਿਸੇ ਨਾ ਕਿਸੇ ਢੰਗ ਦੇ ਨਾਲ ਇਹ ਮੇਰੀ ਅਧੀਨਗੀ ਕਬੂਲ ਲਈ ਡਰ ਜਾਏ। ਪਰ ਕਿਸੇ ਪ੍ਰਕਾਰ ਵੀ ਪ੍ਰਹਿਲਾਦ ਨੇ ਡਰ ਨਹੀਂ ਮੰਨਿਆ। ਉਹ ਸਿਰਫ ਅਕਾਲ ਪੁਰਖ ਤੇ ਪਰਮੇਸ਼ਵਰ ਤੇ ਭਰੋਸਾ ਰੱਖ ਕੇ ਬੈਠਾ ਵੀ ਮੈਨੂੰ ਆਪ ਉਹ ਬਚਾਉਣ ਵਾਲਾ ਹੈ। ਫਿਰ ਕਿੰਨੇ ਯਤਨ ਕੀਤੇ ਗਏ, ਪਹਾੜੀ ਤੋਂ ਵੀ ਸੁੱਟਿਆ ਗਿਆ, ਦਰਿਆ ਵਿੱਚ ਵੀ ਸੁੱਟਿਆ ਗਿਆ, ਹੋਰ ਹਨੇਰੀ ਕੋਠੜੀ ਵਿੱਚ ਵੀ ਬੰਨ੍ਹ ਕੇ ਰੱਖਿਆ ਗਿਆ। ਫਿਰ ਅਖੀਰ ਤੱਤਾ ਥੰਮ ਜਿਹੜਾ ਉਹਨੂੰ ਗਲ ਲਾਉਣ ਦੀ ਬਾਤ ਆਉਂਦੀ ਹੈ, ਤੇ ਉਦੋਂ ਹਰਨਾਕਸ਼ ਉਸ ਥੰਮ ਦੇ ਉੱਤੇ ਇੱਕ ਨਿੱਕੀ ਜਿਹੀ ਤੁਰਦੀ ਹੋਈ ਕੀੜੀ ਵੇਖਦਾ ਹੈ, ਤੇ ਮਨ ਵਿੱਚ ਇੱਕ ਭਰੋਸਾ ਜਿਹਾ ਵੱਜ ਜਾਂਦਾ, ਜੀ ਇਹ ਤੁਰ ਸਕਦੀ ਤੇ ਮੈਂ ਵੀ ਗਲ ਨਾਲ ਲਾ ਸਕਦਾ। ਜੇ ਇਹਦੀ ਰਾਖੀ ਪਰਮੇਸ਼ਵਰ ਕਰ ਰਿਹਾ ਤੇ ਫਿਰ ਮੇਰੀ ਰਾਖੀ ਵੀ ਉਹ ਪਰਮੇਸ਼ਵਰ ਕਰੇਗਾ। ਲਾ ਲਿਆ। ਤੇ ਹੁਣ ਉਸ ਵਕਤ ਪ੍ਰਹਿਲਾਦ ਦੇ ਪਿਤਾ ਨੇ ਖੜਗ ਕੱਢੀ ਹੈ, ਆਪਣੀ ਤਲਵਾਰ ਕੱਢੀ ਹੈ, ਤੇ ਤਲਵਾਰ ਕੱਢ ਕੇ ਕਹਿ ਰਿਹਾ ਵੀ ਹੁਣ ਦੱਸ ਤੇਰਾ ਖੁਦਾ ਕਿੱਥੇ ਆ, ਹੁਣ ਤੈਨੂੰ ਕੌਣ ਬਚਾਏਗਾ। ਖੁਦਾ ਪ੍ਰਗਟ ਹੋਇਆ, ਜਿਵੇਂ ਮਿਥਿਹਾਸ ਕਹਿੰਦਾ ਹੈ। ਸਤਿਗੁਰੂ ਪਾਤਸ਼ਾਹ ਜੀ ਦੇ ਅੱਗੇ ਭੱਟ ਜੀ ਨੇ ਅਰਦਾਸ ਕਰਦੇ ਆਖਿਆ, ਗੁਰੂ ਸਾਹਿਬ ਜੀ ਮੈਂ ਵੀ ਤੁਹਾਡੇ ਅੱਗੇ ਹੁਣ ਇਹ ਅਰਦਾਸ ਕਰ ਰਿਹਾ ਵੀ ਤੁਸੀਂ ਪ੍ਰਹਿਲਾਦ ਦੀ ਲਾਜ ਰੱਖੀ ਹੈ, ਪੱਤ ਰੱਖੀ ਹੈ, ਤੇ ਜਿੱਦਾਂ ਤੁਸੀਂ ਪੱਤ ਉਸ ਪ੍ਰਹਿਲਾਦ ਦੀ ਰੱਖੀ ਹੈ ਨਾ, ਉਦਾਂ ਕਿਰਪਾ ਕਰੋ ਕਿਤੇ ਮੇਰੀ ਪੱਤ ਵੀ, ਮੇਰੀ ਇੱਜ਼ਤ ਵੀ ਤੁਸੀਂ ਰੱਖ ਲਓ, ਮੈਂ ਵੀ ਇੱਜ਼ਤ ਵਾਲਾ, ਮਾਣ ਸਨਮਾਨ ਵਾਲਾ ਬਣ ਜਾਵਾਂ। ਮੇਰੀ ਪੱਤ ਵੀ ਤੁਸੀਂ ਢਕੋ, ਮੇਰੀ ਜਿਹੜੇ ਕਰਮ ਨੇ ਉਹਨਾਂ ਤੇ ਵੀ ਪਰਦਾ ਪਾਓ, ਤੇ ਕਿਰਪਾ ਕਰਕੇ ਮੇਰੀ ਇੱਜ਼ਤ ਜਿਹੜੀ ਉਹਨੂੰ
ਤੁਸੀਂ ਢੱਕ ਕੇ ਰੱਖੋ, ਭਾਵ ਮੇਰਾ ਮਾਨ ਸਨਮਾਨ ਜਿਹੜਾ ਉਹਨੂੰ ਤੁਸੀਂ ਬਣਾਓ। ਠੀਕ ਉਸੇ ਤਰ੍ਹਾਂ ਜਿਵੇਂ ਸਮਾਜ ਦੇ ਅੰਦਰ ਭਗਤ ਪ੍ਰਹਿਲਾਦ ਜੀ ਦੀ ਇੱਜ਼ਤ ਔਰ ਪੱਤ ਨੂੰ ਤੁਸੀਂ ਰੱਖਿਆ ਹੈ। ਪੁਨ ਦ੍ਰੋਪਦੀ ਲਾਜ ਰਖੀ ਹਰ ਪ੍ਰਭ ਜੀ, ਛੀਨਤ ਬਸਤਰ ਦੀਨ ਬਹੁ ਸਾਜ। ਮਿਥਿਹਾਸ ਦਾ ਫਿਰ ਇੱਕ ਪੱਖ ਰੱਖਿਆ ਭੱਟ ਜੀ ਨੇ। ਇੱਕ ਨਿੱਕੀ ਜੀ ਬੇਨਤੀ ਇੱਥੇ ਹੋਰ ਕਰਦਾ ਚੱਲਾਂ। ਜਦੋਂ ਆਪਾਂ ਭੱਟ ਸਾਹਿਬਾਨਾਂ ਦੇ ਸਵਈਏ ਪੜ੍ਹਦੇ ਆ ਨਾ, ਇਹਨਾਂ ਦੀ ਬਾਣੀ ਦੇ ਵਿੱਚੋਂ ਆਪਾਂ ਨੂੰ ਬਹੁਤੀਆਂ ਉਦਾਹਰਨਾਂ ਜਿਹੜੀਆਂ ਨੇ ਉਹ ਮਿਥਿਹਾਸ ਦੀਆਂ ਹੀ ਮਿਲਦੀਆਂ। ਇਹਨਾਂ ਦਾ ਇੱਕ ਬੜਾ ਵੱਡਾ ਕਾਰਨ ਹੈ, ਕਿਉਂਕਿ ਜਿੰਨੇ ਵੀ ਭੱਟ ਸਾਹਿਬਾਨ ਆਏ ਨੇ ਇਹ ਸਾਰੇ ਸਨਾਤਨ ਧਰਮ ਨਾਲ ਸੰਬੰਧ ਰੱਖਣ ਵਾਲੇ ਨੇ, ਜਿਸ ਕਰਕੇ ਇਹਨਾਂ ਨੇ ਇਹ ਮਿਥਿਹਾਸ ਪੜ੍ਹਿਆ ਸੁਣਿਆ ਜਾਂ ਇਸ ਮਿਥਿਹਾਸ ਬਾਰੇ ਨੌਲੇਜ ਰੱਖਣ ਵਾਲੇ, ਗਿਆਨ ਰੱਖਣ ਵਾਲੇ। ਜਿਸ ਲਈ ਜਦੋਂ ਇਹਨਾਂ ਸ਼ਬਦ ਉਚਾਰੇ, ਬਾਣੀ ਉਚਾਰੀ, ਤੇ ਉਦੋਂ ਗੁਰੂ ਸਾਹਿਬ ਅੱਗੇ ਅਰਜ਼ੋਈਆਂ ਕਰਦਿਆਂ, ਬੇਨਤੀਆਂ ਕਰਦਿਆਂ ਇਹਨਾਂ ਨੇ ਬਹੁਤਾਤ ਜਿਹੜੀਆਂ ਉਦਾਹਰਨਾਂ ਨੇ ਉਹ ਮਿਥਿਹਾਸ ਦੀਆਂ ਹੀ ਵਰਤੀਆਂ। ਹੁਣ ਦ੍ਰੋਪਦੀ ਦਾ ਜਿਹੜਾ ਪੱਤ ਰੱਖਣ ਦੀ ਬਾਤ ਆਉਂਦੀ ਹੈ ਵੀ ਹੁਣ ਝਗੜਾ ਤੇ ਆਪਸ ਵਿੱਚ ਹੈ ਨਾ, ਕੌਰਵਾਂ ਤੇ ਪਾਂਡਵਾਂ ਦਾ, ਪਰ ਹਾਲਾਤ ਇੰਨੇ ਕੁ ਮਤਲਬ ਤਰਸਯੋਗ ਬਣ ਚੁੱਕੇ, ਤਰਸਯੋਗ ਹੀ ਆਖਾਂਗੇ ਆਪਾਂ ਵੀ, ਆਪਣਾ ਸ਼ੌਕ ਪੂਰਾ ਕਰਨ ਦੇ ਲਈ ਤੇ ਆਪਣੀ ਇਸਤਰੀ ਤੱਕ ਵੀ ਜਿਹੜੀ ਉਹਨੂੰ ਜੂਏ ਦੇ ਵਿੱਚ ਹਾਰ ਜਾਣਾ ਕਿਤੇ ਬਹੁਤੀ ਵੱਡੀ ਚੰਗੀ ਗੱਲ ਨਹੀਂ ਹੈ। ਕੋਈ ਤਰਸਯੋਗ ਹਾਲਤ ਹੀ ਹੈ ਵੀ ਇੰਨੇ ਕੁ ਜ਼ਿਆਦਾ ਅਸੀਂ ਆਪਣੇ ਸ਼ੌਂਕ ਵਿੱਚ ਮਗਨ ਹੋ ਗਏ ਵੀ ਅਸੀਂ ਆਪਣੀ ਇਸਤਰੀ ਤੱਕ ਵੀ ਦਾਅ ਤੇ ਲਾਤੀ, ਹਾਰ ਗਏ। ਜਦੋਂ ਇਹ ਵੀ ਹਾਰ ਗਏ, ਹੁਣ ਜਿਹੜੇ ਜਿੱਤੇ ਨੇ ਉਹ ਕਹਿੰਦੇ ਵੀ ਅਸੀਂ ਹੁਣ ਇਹਦੀ ਬੇਪਤੀ ਕਰਾਂਗੇ। ਜਦੋਂ ਬੇਪਤੀ ਕਰਨ ਦੀ ਬਾਤ ਆਉਂਦੀ ਹੈ ਤੇ ਦ੍ਰੋਪਦੀ ਨੂੰ ਸਿਰਫ ਇੱਕੋ ਹੀ ਚੇਤਾ ਆਉਂਦਾ, ਅਕਾਲ ਪੁਰਖ ਰੱਬ ਹਰੀ ਚੇਤਾ ਆਉਂਦਾ। ਕਿਉਂਕਿ ਜੇ ਮੇਰੀ ਇੱਜ਼ਤ ਬਚਾਉਣੀ ਹੈ ਤੇ ਫਿਰ ਹੁਣ ਰੱਬ ਨੇ ਹੀ ਬਚਾਉਣੀ ਹੈ। ਜੇ ਮੇਰੇ ਸਿਰ ਦੇ ਸਾਈਂ ਨੇ ਮੇਰੀ ਇੱਜ਼ਤ ਬਚਾਉਣੀ ਹੁੰਦੀ, ਪੱਤ ਬਚਾਉਣੀ ਹੁੰਦੀ, ਤੇ ਮੈਨੂੰ ਕਦੇ ਜੂਏ ਵਿੱਚ ਲਾਉਂਦਾ ਨਹੀਂ ਸੀ, ਦਾਅ ਤੇ ਨਹੀਂ ਸੀ ਲਾਉਂਦਾ, ਪਰ ਉਹਨੇ ਦਾਅ ਤੇ ਲਾਤਾ। ਉਹ ਮੇਰੀ ਇੱਜ਼ਤ ਦਾ ਕੋਈ ਬਹੁਤਾ ਵੱਡਾ ਰਖਵਾਲਾ ਨਹੀਂ ਹੈ। ਤੇ ਰੱਬ ਜੀ ਹੁਣ ਤੁਹਾਡੇ ਤੋਂ ਬਿਨਾਂ ਮੇਰੀ ਇੱਜ਼ਤ ਬਚਾਉਣ ਵਾਲਾ ਕੋਈ ਨਹੀਂ। ਫਿਰ ਉਹਨੇ ਰੱਬ ਅੱਗੇ ਅਰਦਾਸ ਕੀਤੀ, ਅਰਜ਼ੋਈ ਕੀਤੀ ਵੀ ਰੱਬਾ ਕਿਰਪਾ ਕਰਕੇ ਤੇ ਮੇਰੀ ਪੱਤ ਰੱਖ ਲਾ, ਬੇਪਤੀ ਕਿਤੇ ਮੇਰੀ ਇੱਥੇ ਭਰੇ ਦਰਬਾਰ ਵਿੱਚ ਨਾ ਹੋਵੇ, ਜੋ ਉਦੋਂ ਦਰਬਾਰ ਸਜਿਆ ਹੋਇਆ। ਹੁਣ ਉਸ ਵਕਤ ਉਹਨਾਂ ਜਿੱਤਣ ਵਾਲਿਆਂ ਵੱਲੋਂ, ਕੌਰਵਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾਂਦੀ, ਯਤਨ ਕੀਤਾ ਜਾਂਦਾ ਕਿ ਅਸੀਂ ਇਹਦੀ ਬੇਪਤੀ ਕਰੀਏ, ਇਹਦੀ ਬੇਪਤੀ ਕਰਕੇ ਇਹਦੀ ਜਿਹੜੀ ਨੱਕ ਹੈ ਉਹ ਸਮਾਜ ਦੇ ਅੰਦਰ ਇਹਦੀ ਇੱਜ਼ਤ ਜਿਹੜੀ ਉਹਨੂੰ ਖਤਮ ਕਰ ਦਈਏ, ਇਹਦਾ ਕੋਈ ਬਹੁਤਾ ਸਨਮਾਨ ਸਮਾਜ ਵਿੱਚ ਨਾ ਰਹਿ ਜਾਏ। ਹੁਣ ਉਹਨਾਂ ਦੀ ਸੋਚ ਕੁਝ ਹੋਰ ਹੈ, ਪਰ ਦ੍ਰੋਪਦੀ ਦਾ ਜਿਹੜਾ ਹਿਰਦੇ ਅੰਦਰ ਅਰਦਾਸਾਂ ਨੇ, ਅਰਜ਼ੋਈਆਂ ਨੇ, ਉਹ ਅਕਾਲ ਪੁਰਖ ਪਰਮੇਸ਼ਵਰ ਦੇ ਅੱਗੇ ਆ ਵੀ ਰੱਬਾ ਬਚਾ ਲਾ ਮੈਨੂੰ, ਮੇਰੀ ਪੱਤ ਰੁਲ ਜਾਣੀ ਹੈ, ਮੇਰੀ ਇੱਜ਼ਤ ਖਤਮ ਹੋ ਜਾਏਗੀ। ਤੇ ਭੱਟ ਜੀ ਕਹਿੰਦੇ ਮੈਂ ਅਕਾਲ ਪੁਰਖ ਪਰਮੇਸ਼ਵਰ ਜੀ ਤੁਹਾਡੇ ਅੱਗੇ ਏਦਾਂ ਅਰਦਾਸ ਕਰਦਾ ਕਿ ਮੇਰੀ ਪੱਤ ਵੀ ਰੱਖੋ ਜਿੱਦਾਂ ਤੁਸੀਂ ਪੱਤ ਦ੍ਰੋਪਦੀ ਦੀ ਭਰੇ ਦਰਬਾਰ ਵਿੱਚ ਰੱਖੀ ਹੈ। ਜੇ ਤੁਸੀਂ ਉਹਦੀ ਪੱਤ ਤੁਸੀਂ ਨਾ ਰੱਖਦੇ ਤੇ ਉਹਦੀ ਪੱਤ ਤੇ ਰੁਲ ਜਾਣੀ ਸੀ, ਉਹਦੀ ਇੱਜ਼ਤ ਤੇ ਮੁੱਕ ਜਾਣੀ ਸੀ, ਉਹਦੀ ਤੇ ਬੇਪਤੀ ਹੋ ਜਾਂਦੀ। ਜੇ ਤੁਸੀਂ ਪੱਤ ਨਾ ਰੱਖਦੇ ਤੇ ਉਹਦੀ ਪੱਤ ਤੁਸੀਂ ਇਸ ਢੰਗ ਨਾਲ ਰੱਖੀ ਵੀ ਉਹਦੇ ਵਸਤਰ ਛੀਣੇ ਜਾ ਰਹੇ ਨੇ, ਉਹਦੇ ਕੱਪੜੇ ਖੋਏ ਜਾ ਰਹੇ ਨੇ, ਪਰ ਤੁਸੀਂ ਇਸ ਢੰਗ ਦੇ ਨਾਲ ਉਹਦੀ ਪੱਤ ਰੱਖੀ ਵੀ ਉਹਦੇ ਵਸਤਰ ਦੀਨ ਬਹੁ ਸਾਜ, ਕਿਸੇ ਹੋਰ ਢੰਗ ਨਾਲ ਦੇ ਤੁਸੀਂ ਉਹਦੇ ਵਸਤਰ ਹੀ ਇਸ ਢੰਗ ਨਾਲ ਬਣਾ ਦਿੱਤੇ ਵੀ ਉਹ ਛੀਣੇ ਹੀ ਨਹੀਂ ਗਏ, ਹੋਰ ਦੀ ਹੋਰ, ਹੋਰ ਦੀ ਹੋਰ, ਅਗਾਂਹ ਤੋਂ ਅਗਾਂਹ ਉਹਦੀ ਪੱਤ ਤੁਸੀਂ ਬਚਾਉਂਦੇ ਰਹੇ। ਇਸ ਤਰੀਕੇ ਨਾਲ ਮੈਂ ਤੁਹਾਡੇ ਅੱਗੇ ਅਰਦਾਸ ਕਰਦਾ ਵੀ ਤੁਸੀਂ ਉਹਦੀ ਲਾਜ ਰੱਖੀ ਹੈ, ਤੁਸੀਂ ਉਹਦੀ ਪੱਤ ਰੱਖੀ ਹੈ। ਤੇ ਜੇ ਉਹਦੀ ਪੱਤ ਸਤਿਗੁਰੂ ਪਾਤਸ਼ਾਹ ਪਰਮੇਸ਼ਵਰ ਜੀ ਤੁਸੀਂ ਰੱਖ ਸਕਦੇ ਹੋ, ਤੇ ਫਿਰ ਮੈਂ ਵੀ ਤੁਹਾਡਾ ਇੱਕ ਸੇਵਕ ਆ ਤੇ ਤੁਹਾਡੇ ਅੱਗੇ ਅਰਜ਼ੋਈ ਕਰਦਾ, ਤੁਹਾਡੇ ਅੱਗੇ ਬੇਨਤੀ ਕਰਦਾ, ਅਰਦਾਸ ਕਰਦਾ ਤੁਹਾਡੇ ਅੱਗੇ ਵੀ ਮੇਰੀ ਪੱਤ ਵੀ ਰੱਖ ਲਓ। ਕਿਉਂਕਿ ਗੁਨਾਹਗਾਰ ਤੇ ਮੈਂ ਵੀ ਬੜਾ ਵੱਡਾ, ਗੁਨਾਹ ਤੇ ਮੈਂ ਵੀ ਬੜੇ ਕੀਤੇ ਨਾ,
ਔਗਣ ਤੇ ਮੈਂ ਵੀ ਬਹੁਤ ਕਮਾਏ, ਤੇ ਮਾਲਕਾ ਜੇ ਮੇਰੇ ਔਗਣਾ ਤੇ ਪੜਦਾ ਤੂੰ ਨਾ ਪਾਵੇਂ, ਮੈਂ ਤੇ ਸਮਾਜ ਵਿੱਚ ਬੇਪਤੀ ਦਾ ਉਹ ਜਿਹੜਾ ਉਹ ਕਾਰਨ ਹੋ ਜਾਏਗਾ। ਸਾਰੇ ਦੇ ਸਾਰੇ ਮੇਰੇ ਕਮਾਏ ਹੋਏ ਔਗਣ ਬੇਪਤੀ ਮੇਰੀ ਕਰ ਦੇਣਗੇ, ਮੇਰੀ ਇੱਜ਼ਤ ਖਤਮ ਹੋ ਜਾਏਗੀ ਜੇ ਮੇਰੇ ਔਗਣਾ ਤੇ ਪੜਦਾ ਤੁਸੀਂ ਨਾ ਪਾਵੋ। ਇਸ ਕਰਕੇ ਗੁਰੂ ਪਾਤਸ਼ਾਹ ਜੀ, ਰੱਬ ਜੀ, ਮੈਂ ਤੁਹਾਡੇ ਅੱਗੇ ਅਰਦਾਸ ਕਰਦਾ, ਅਰਜ਼ੋਈ ਕਰਦਾ, ਆ ਪੰਕਤੀ ਨਾਲ ਜ਼ਿਹਨ 'ਚ ਰੱਖ ਕੇ ਚੱਲਿਓ। ਅਬ ਰਾਖੋ ਦਾਸ ਪਾਟ ਕੀ ਲਾਜ, ਮੇਰੀ ਲਾਜ ਰੱਖੋ ਤੁਸੀਂ, ਤੇ ਇਸ ਤਰੀਕੇ ਨਾਲ ਰੱਖਿਓ ਜਿੱਦਾਂ ਪ੍ਰਹਿਲਾਦ ਦੀ ਰੱਖੀ ਹੈ। ਇਸ ਢੰਗ ਨਾਲ ਲਾਜ ਰੱਖਿਓ ਜਿੱਦਾਂ ਦ੍ਰੋਪਦੀ ਦੀ ਤੁਸੀਂ ਲਾਜ ਰੱਖੀ ਹੈ, ਉਹਦੀ ਵੀ ਤੁਸੀਂ ਇਸ ਢੰਗ ਨਾਲ ਪੱਤ ਬਚਾਈ। ਮਾਲਕ ਜੀ, ਲੋਕਾਂ ਵੱਲੋਂ ਬੇਪਤੀ ਕਰਨ ਦਾ ਬਹੁਤ ਯਤਨ ਕੀਤਾ ਗਿਆ, ਪਰ ਤੁਸੀਂ ਐਸੀ ਕਲਾ ਵਰਤਾਈ ਵੀ ਉਹਦੀ ਬੇਪਤੀ ਹੋਣ ਨਹੀਂ ਦਿੱਤੀ। ਮੈਂ ਇਸੇ ਕਰਕੇ ਆਰੰਭਤਾ 'ਚ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਸੀ, ਰੱਬ ਜਦੋਂ ਸਨਮਾਨ ਦਿਵਾਉਂਦਾ ਹੈ ਨਾ, ਮਾਣ ਤੇ ਸਨਮਾਨ ਸਿਰਫ ਅਕਾਲ ਪੁਰਖ ਹੀ ਦਿਵਾ ਸਕਦਾ। ਸੰਸਾਰ ਵੱਲੋਂ ਜਿੰਨਾ ਮਰਜ਼ੀ ਯਤਨ ਕੀਤਾ ਜਾਏ, ਸੰਸਾਰ ਵੱਲੋਂ ਜਿੰਨੀਆਂ ਮਰਜ਼ੀਆਂ ਕੋਸ਼ਿਸ਼ਾਂ ਕੀਤੀਆਂ ਜਾਣ, ਸਮਾਜ ਸਾਡੀ ਕਦੇ ਬੇਪਤੀ ਨਹੀਂ ਕਰ ਸਕਦਾ ਜਿੰਨਾ ਚਿਰ ਅਕਾਲ ਪੁਰਖ ਪਰਮੇਸ਼ਵਰ ਸਾਨੂੰ ਪੱਤ ਦੇਣ ਵਾਲਾ। ਹਾਂ, ਜੇ ਰੱਬ ਹੀ ਬੇਪਤੀ ਕਰਵਾਉਣ ਵਾਲੇ ਪਾਸੇ ਆ ਜਾਏ ਤੇ ਫਿਰ ਦੁਨੀਆ ਜਿੰਨਾ ਮਰਜ਼ੀ ਚਾਵੇ ਜਾਂ ਇਨਸਾਨ ਜਿੰਨਾ ਮਰਜ਼ੀ ਚਾਵੇ ਆਪਣੀ ਪੱਤ ਰਖਾਉਣੀ, ਆਪਣੀ ਪੱਤ ਨੂੰ ਬਚਾਉਣਾ, ਜੇ ਰੱਬ ਬੇਪਤੀ ਕਰਵਾਉਣ ਤੇ ਆ ਜਾਏ ਤੇ ਸੰਸਾਰ ਜਾਂ ਸਮਾਜ ਜਾਂ ਜੀਵ ਆਪ ਆਪਣੀ ਪੱਤ ਕਦੇ ਬਚਾ ਨਹੀਂ ਸਕਦਾ। ਹੁਣ ਵੇਖੋ, ਇੱਕ ਪਾਸੇ ਪੱਤ ਰੱਖੀ ਗਈ ਅਕਾਲ ਪੁਰਖ ਪਰਮੇਸ਼ਵਰ ਦੇ ਵੱਲੋਂ, ਜਿੰਨਾ ਅਰਦਾਸ ਕੀਤੀ ਰੱਬ ਨੇ ਉਹਦੀ ਪੱਤ ਰੱਖ ਲਈ। ਪ੍ਰਹਿਲਾਦ ਦੀ ਪੱਤ ਵੀ ਰੱਖੀ, ਦ੍ਰੋਪਦੀ ਦੀ ਪੱਤ ਵੀ ਰੱਖੀ। ਇਹ ਦੋਵੇਂ ਪੱਖ ਜਿਹੜੇ ਅੱਜ ਦੇ ਸ਼ਬਦ ਵਿੱਚ ਦੱਸੇ। ਇੱਕ ਪਾਸੇ ਅਰਦਾਸ ਕਰ ਰਹੇ ਭਗਤ ਪ੍ਰਹਿਲਾਦ ਜੀ, ਇੱਕ ਪਾਸੇ ਅਰਦਾਸ ਕਰ ਰਹੀ ਹੈ ਦ੍ਰੋਪਦੀ। ਦੂਜੇ ਪਾਸੇ ਉਹ ਨੇ ਜਿਹੜੇ ਆਪਣੀ ਇੱਜ਼ਤ ਨੂੰ ਉੱਚਿਆਂ ਕਰਕੇ ਤੇ ਇਹਨਾਂ ਦੀ ਪੱਤ ਰੋਲਣਾ ਚਾਹੁੰਦੇ ਨੇ। ਪੱਖ ਤੇ ਦੋਵੇਂ ਹੀ ਨੇ ਨਾ। ਆਪਣੀ ਪੱਤ ਨੂੰ ਸਮਾਜ ਵਿੱਚ ਉੱਚਿਆਂ ਕਰਨ ਦੇ ਲਈ ਇਹਨਾਂ ਦੀ ਪੱਤ ਨੂੰ ਰੋਲਣਾ ਚਾਹੁੰਦੇ। ਹਰਨਾਕਸ਼ ਵੱਲੋਂ ਯਤਨ ਕੀਤਾ ਜਾ ਰਿਹਾ, ਸਮਾਜ ਮੇਰੇ ਤੋਂ ਹੋਰ ਡਰੇ, ਮਨ 'ਚ ਇੰਨਾ ਕੁ ਖੌਫ ਪੈ ਜਾਏ ਕਿ ਜੇ ਇਹਦੇ ਪੁੱਤਰ ਨੇ ਇਹਦਾ ਕਹਿਣਾ ਨਹੀਂ ਨਾ ਮੰਨਿਆ, ਇਹਨੇ ਉਹਨੂੰ ਵੀ ਮਰਵਾਤਾ, ਤੇ ਸਮਾਜ ਮੇਰੇ ਤੋਂ ਡਰ ਕੇ ਰਹੇ, ਆਪਣੀ ਇੱਜ਼ਤ ਹੋਰ ਉੱਚਿਆਂ ਕਰਨੀ ਚਾਹੁੰਦਾ। ਪਰ ਪ੍ਰਹਿਲਾਦ ਦੀ ਅਰਦਾਸ ਕਿਹਦੇ ਅੱਗੇ ਹੈ? ਰੱਬ ਅੱਗੇ। ਹੁਣ ਰੱਬ ਨੇ ਪੱਤ ਕਿਹਦੀ ਰੱਖਣੀ ਹੈ? ਜਿਹੜਾ ਅਰਦਾਸ ਕਰ ਰਿਹਾ। ਰੱਬ ਨਾਲ ਮੱਥਾ ਲਾਉਣ ਵਾਲੇ ਦੀ ਪੱਤ ਤੇ ਨਹੀਂ ਨਾ ਰੱਖੀ ਜਾਣੀ। ਜਿਹਨੇ ਰੱਬ ਨਾਲ ਮੱਥਾ ਲਾਇਆ ਜਾਂ ਰੱਬ ਦਾ ਸ਼ਰੀਕ ਬਣ ਕੇ ਬੈਠਣ ਦਾ ਜੋ ਯਤਨ ਕਰ ਰਿਹਾ, ਰੱਬ ਉਹਦੀ ਪੱਤ ਥੋੜੀ ਰੱਖੇਗਾ। ਪ੍ਰਹਿਲਾਦ ਨੇ ਅਰਦਾਸ ਕੀਤੀ, ਰੱਬਾ ਮੇਰੀ ਪੱਤ ਰੱਖ, ਮੈਨੂੰ ਬਚਾ ਲਾ। ਹਰਨਾਕਸ਼ ਦੀ ਪੱਤ ਰੋਲ ਦਿੱਤੀ, ਪ੍ਰਹਿਲਾਦ ਦੀ ਪੱਤ ਢੱਕ ਲਈ। ਇਸੇ ਤਰ੍ਹਾਂ ਦ੍ਰੋਪਦੀ ਵਾਲੇ ਪਾਸੇ ਹੈ। ਹੁਣ ਉਹਨਾਂ ਵੱਲੋਂ ਯਤਨ ਕੀਤਾ ਜਾ ਰਿਹਾ, ਅਸੀਂ ਇਹਦੀ ਬੇਪਤੀ ਕਰੀਏ ਤਾਂ ਜੋ ਸਮਾਜ ਵਿੱਚ ਸਾਡਾ ਨਾਮ ਨਾ ਹੋਰ ਉੱਚਾ ਹੋਵੇ, ਲੋਕ ਸਾਨੂੰ ਕਹਿਣ ਵੀ ਇਹ ਬੜੇ ਚੰਗੇ ਨੇ, ਬੜੇ ਵਧੀਆ ਨੇ। ਇਹਨਾਂ ਨੇ ਆਪਣਾ ਕਿਸੇ ਵੀ ਗੱਲ ਦੀ ਪਰਵਾਹ ਨਹੀਂ ਕੀਤੀ, ਕਿਸੇ ਗੱਲ ਦੀ ਇਹਨਾਂ ਕੋਈ ਆਪਣੇ ਮਨ ਦੇ ਅੰਦਰ ਚਿੰਤਾ ਨਹੀਂ ਰੱਖੀ। ਪਰ ਦ੍ਰੋਪਦੀ ਦੀ ਅਰਦਾਸ ਫਿਰ ਰੱਬ ਅੱਗੇ ਹੈ, ਅਕਾਲ ਪੁਰਖ ਅੱਗੇ ਹੈ। ਤੇ ਜਦੋਂ ਅਕਾਲ ਪੁਰਖ ਅੱਗੇ ਅਰਦਾਸ ਹੈ, ਅਕਾਲ ਪੁਰਖ ਫੇਰ ਪੱਤ ਕਿਹਦੀ ਰੱਖ ਰਿਹਾ? ਜਿਹੜਾ ਅਰਦਾਸ ਕਰਨ ਵਾਲਾ, ਉਹ ਦ੍ਰੋਪਦੀ ਦੀ ਪੱਤ ਰੱਖ ਰਿਹਾ। ਕੌਰਵਾਂ ਨੂੰ ਫੇਰ ਰੋਲ ਕੇ ਰੱਖ ਦਿੱਤਾ। ਜੇ ਆਪਾਂ ਅਰਦਾਸ ਦੀ ਬਾਤ ਕਰਾਂਗੇ ਤੇ ਫਿਰ ਪ੍ਰਵਾਨੀ ਤੇ ਉਹਦੀ ਜਾਣੀ ਨਾ, ਜਿਹੜਾ ਅਕਾਲ ਪੁਰਖ ਪਰਮੇਸ਼ਵਰ ਅੱਗੇ ਅਰਜ਼ੋਈ ਕਰ ਰਿਹਾ, ਪੱਤ ਉਸੇ ਦੀ ਰੱਖੀ ਜਾਣੀ ਹੈ। ਤੇ ਜਿਹੜਾ ਮੱਥਾ ਲਾਉਣ ਵਾਲਾ ਉਹਦੀ ਪੱਤ ਕਦੇ ਵੀ ਨਹੀਂ। ਤੇ ਗੁਰੂ ਸਾਹਿਬ ਜੀ ਦੇ ਸਨਮੁਖ ਖੜੋਤੇ ਭੱਟ ਨਲ ਜੀ ਕਹਿ ਰਹੇ, ਹੁਣ ਸਤਿਗੁਰੂ ਪਾਤਸ਼ਾਹ ਮੇਰੀ ਪੱਤ ਇਸੇ ਢੰਗ ਨਾਲ ਰੱਖੋ ਜਿੱਦਾਂ ਤੁਸੀਂ ਪ੍ਰਹਿਲਾਦ ਦੀ ਰੱਖੀ, ਜਿਸ ਢੰਗ ਨਾਲ ਤੁਸੀਂ ਦ੍ਰੋਪਦੀ ਦੀ ਲਾਜ ਰੱਖ ਰਹੇ ਹੋ, ਉਹਨਾਂ ਨੂੰ ਮਾਣ ਤੇ ਸਤਿਕਾਰ ਦਿਵਾ ਰਹੇ ਹੋ। ਸੁਦਾਮਾ ਅਪਦਾ ਤੇ ਰੱਖਿਆ, ਗਨਕਾ ਪੜਤ ਪੂਰੇ ਤੇ ਕਾਜ। ਹੁਣ ਸੁਦਾਮੀ ਦੀ ਬਾਤ ਆਉਂਦੀ। ਇਹ ਕ੍ਰਿਸ਼ਨ ਜੀ ਦਾ ਮਿੱਤਰ ਹੈ, ਭਗਤ ਵੀ ਹੈ ਤੇ ਮਿੱਤਰ ਵੀ ਹੈ, ਪਰ ਗਰੀਬ ਬਹੁਤ ਹੈ। ਘਰ ਵਾਲੀ ਵੱਲੋਂ ਕਿਹਾ ਜਾਂਦਾ ਹੈ ਵੀ ਕ੍ਰਿਸ਼ਨ ਬਾਕੀ ਸਾਰਿਆਂ ਨੂੰ ਦੇਣ ਵਾਲੇ, ਤੇ ਜੇ ਤੁਸੀਂ ਉਹਦੇ ਚੰਗੇ ਮਿੱਤਰ ਹੋ ਤੇ ਤੁਹਾਨੂੰ ਕਿਉਂ ਨਹੀਂ ਦਿੰਦੇ? ਤੁਸੀਂ ਵੀ ਕਹੋ ਹਾਂ ਉਹਨਾਂ ਨੂੰ, ਜੋ ਮਿੱਥੇ ਹਾਸ ਦੀਆਂ ਕਹਾਣੀਆਂ ਕਹਿ ਰਹੀਆਂ ਨੇ।
ਹੁਣ ਉਹ ਸੁਦਾਮਾ ਕੀ ਆਪਣੇ ਕੋਲ ਚੌਲ ਬੰਨ ਕੇ ਇੱਕ ਪੱਲੇ ਦੇ ਨਾਲ ਲੈ ਕੇ ਜਾਂਦਾ ਨਾ, ਵੀ ਮੈਂ ਕ੍ਰਿਸ਼ਨ ਜੀ ਨੂੰ ਮਿਲਣ ਚੱਲਿਆ। ਚਾਵਲ ਬੰਨ ਲਏ ਤੇ ਗਏ, ਜਾ ਕੇ ਜਿਹੜਾ ਦਰਬਾਰੀ ਖੜੋਤਾ ਉਹਨੂੰ ਕਿਹਾ ਵੀ ਉਹਨਾਂ ਨੂੰ ਜਾ ਕੇ ਕਹੋ ਸੁਦਾਮਾ ਆਇਆ। ਤੇ ਖੁਦ ਉੱਠ ਕੇ ਅੰਦਰੋਂ ਕ੍ਰਿਸ਼ਨ ਜੀ ਵੱਲੋਂ ਸਨਮਾਨ ਕਰਨਾ, ਜੀਓ ਆਇਆ ਆਖਣਾ, ਲੈਣ ਵਾਸਤੇ ਆਉਣਾ। ਤੇ ਫਿਰ ਉਹ ਜੋ ਉਹਨਾਂ ਦਾ ਰਹਿਣ ਸਹਿਣ ਸੀ ਉਹਨੂੰ ਵੇਖ ਕੇ ਸੁਦਾਮੇ ਵਾਲੇ ਵੱਲੋਂ ਉਹ ਜਿਹੜੇ ਚਾਵਲ ਬੰਨ ਕੇ ਲੈ ਕੇ ਉਹਨਾਂ ਨੂੰ ਲੁਕੋ ਕੇ ਰੱਖ ਲੈਣਾ, ਵੀ ਇਹਨਾਂ ਸਾਹਮਣੇ ਇਹ ਕੀ ਨੇ। ਫਿਰ ਉਹ ਛੁਪਾ ਕੇ ਰੱਖਣਾ, ਕ੍ਰਿਸ਼ਨ ਜੀ ਵੱਲੋਂ ਖੁਦ ਆਪ ਕਹਿ ਕੇ ਮੰਗਣਾ ਵੀ ਜੋ ਲੈ ਕੇ ਆਇਆ ਭਾਈ ਲਿਆ ਦੇ, ਅਸੀਂ ਛਕਣਾ ਚਾਹੁੰਦੇ ਹਾਂ। ਜਿਵੇਂ ਮਿਥਿਹਾਸ ਇਹ ਸਾਰੀਆਂ ਘਟਨਾਵਾਂ ਦੱਸਦਾ। ਪੱਖ ਮੇਰਾ ਇਹ ਨਹੀਂ ਵੀ ਮੈਂ ਤੁਹਾਡੇ ਅੱਗੇ ਮਿਥਿਹਾਸ ਰੱਖਾਂ, ਸਿਰਫ ਇਹ ਵੀ ਜਿਸ ਢੰਗ ਦੇ ਨਾਲ ਭੱਟ ਜੀ ਕਹਿ ਰਹੇ ਵੀ ਰੱਬ ਜੀ ਤੁਸੀਂ ਇਹਨਾਂ ਦੀ ਪੱਤ ਰੱਖ ਰਹੇ ਹੋ ਨਾ, ਉਦਾਂ ਮੇਰੀ ਵੀ ਰੱਖੋ। ਇਹ ਭਾਵੇਂ ਜੈਸੇ ਮਰਜ਼ੀ ਸਨ, ਇਹਨਾਂ ਨੇ ਜੇ ਗਰੀਬੀ ਦਾਵਾ ਵੀ ਵੇਖਿਆ ਪਰ ਤੁਸੀਂ ਫੇਰ ਪੱਤ ਬਚਾਈ। ਜੇ ਇਹਨਾਂ ਦੀ ਪੱਤ ਰੋਲਣ ਦੀ ਕੋਸ਼ਿਸ਼ ਕੀਤੀ ਗਈ, ਇਹਨਾਂ ਅਰਦਾਸ ਤੁਹਾਡੇ ਅੱਗੇ ਕੀਤੀ, ਤੁਸੀਂ ਫੇਰ ਪੱਤ ਬਚਾਈ। ਜਿਵੇਂ ਸੁਦਾਮੇ ਨੂੰ ਅਪਦਾ ਤੋਂ ਰੱਖਿਆ, ਗਰੀਬੀ ਤੋਂ ਰੱਖਿਆ, ਗਰੀਬੀ ਦਾਵੇ ਚੋਂ ਬਾਹਰ ਕੱਢਿਆ, ਉਹਦੀਆਂ ਵਿਪਤਾਵਾਂ ਨੂੰ, ਚਿੰਤਾਵਾਂ ਨੂੰ, ਉਹਦੀਆਂ ਗਰੀਬੀ ਨੂੰ ਤੁਸੀਂ ਖਤਮ ਕਰਕੇ ਤੇ ਉਹਨੂੰ ਚੰਗਾ ਜੀਵਨ ਬਖਸ਼ਿਸ਼ ਕੀਤਾ। ਰੱਬ ਜੀ ਮੈਂ ਵੀ ਤੁਹਾਡੇ ਅੱਗੇ ਅਰਦਾਸ ਕਰਦਾ ਵੀ ਮੇਰੀਆਂ ਅਪਦਾਵਾਂ ਵੀ ਕੱਟੋ। ਮਿਥਿਹਾਸ ਤੇ ਹੀ ਕਹਿੰਦਾ ਨਾ, ਨਿੱਕੇ ਹੁੰਦਿਆਂ ਸਕੂਲ ਦੇ ਵਿੱਚ ਇੱਕ ਕਹਾਣੀ ਪੜ੍ਹਾਈ ਵੀ ਜਾਂਦੀ ਸੀ, ਕ੍ਰਿਸ਼ਨ ਤੇ ਸੁਦਾਮੀ ਦੀ ਮਿੱਤਰਤਾ। ਤੇ ਸੁਦਾਮੇ ਨੇ ਜਿੰਨਾ ਕੁ ਚਿਰ ਕ੍ਰਿਸ਼ਨ ਜੀ ਕੋਲ ਰਹਿ ਕੇ ਗੁਜ਼ਾਰਿਆ, ਜਦੋਂ ਵਾਪਸ ਆਉਂਦਾ ਤੇ ਉਹਦਾ ਜਿੱਥੇ ਨਿੱਕਾ ਜਿਹਾ ਘਰ ਸੀ, ਨਿੱਕੀ ਜੀ ਝੌਂਪੜੀ ਸੀ, ਉਹ ਲਿਖਣ ਵਾਲਿਆਂ ਲਿਖਿਆ ਵੀ ਉੱਥੇ ਇੱਕ ਬੜਾ ਸੋਹਣਾ ਘਰ ਬਣਿਆ ਹੋਇਆ, ਬੜਾ ਸੋਹਣਾ ਮਹੱਲ ਬਣਿਆ ਹੋਇਆ। ਤੇ ਉਹ ਜਦੋਂ ਘਰ ਕੋਲ ਆਪਣੇ ਆਉਂਦਾ ਤੇ ਵੇਖ ਕੇ ਹੈਰਾਨ ਹੋ ਜਾਂਦਾ ਵੀ ਮੇਰਾ ਘਰ ਕਿੱਥੇ ਗਿਆ। ਤੇ ਫਿਰ ਉਹਦੀ ਪਤਨੀ ਆਖਦੀ ਹੈ ਵੀ ਇਹ ਤੁਹਾਡਾ ਹੀ ਘਰ ਹੈ, ਤੇ ਇਹ ਸਾਰੀਆਂ ਖੇਡਾਂ ਜਿਹੜੀਆਂ ਉਸ ਤੁਹਾਡੇ ਮਿੱਤਰ ਵੱਲੋਂ ਵਰਤਾਈਆਂ ਗਈਆਂ, ਤੁਹਾਡੇ ਦੋਸਤ ਵੱਲੋਂ, ਕ੍ਰਿਸ਼ਨ ਜੀ ਵੱਲੋਂ ਵਰਤਾਈ ਗਈ ਸਾਰੀ ਖੇਡ ਇਸ ਤਰੀਕੇ ਦੇ ਨਾਲ। ਤੇ ਇੱਥੇ ਭੱਟ ਜੀ ਕਹਿ ਰਹੇ, ਕਹਿੰਦੇ ਸੁਦਾਮਾ ਅਪਦਾ ਤੇ ਰੱਖਿਆ। ਰੱਬ ਜੀ ਤੁਸੀਂ ਸੁਦਾਮੇ ਨੂੰ ਅਪਦਾ ਤੋਂ ਰੱਖਿਆ। ਫਿਰ ਗਣਕਾ ਪੜਤ ਪੂਰੇ ਤੇ ਕਾਜ। ਹੁਣ ਗਣਕਾ ਤੋਂ, ਉਹਦੇ ਪਿਛੋਕੜ ਤੋਂ ਸਾਰੇ ਜਾਣੂ ਨੇ। ਜਿੱਥੇ ਗਣਕਾ ਦੇ ਪਿਛੋਕੜ ਤੋਂ ਜਾਣੂ ਆ, ਉੱਥੇ ਆਪਾਂ ਉਹਨਾਂ ਦਾ ਉਦੋਂ ਬਾਅਦ ਵਾਲਾ ਜੀਵਨ, ਜਦੋਂ ਉਹ ਸੂਏ ਨੂੰ ਪੜਾਉਂਦੀ ਹੈ, ਤੋਤੇ ਨੂੰ ਪੜਾਉਂਦੀ ਹੈ, ਉਦੋਂ ਬਾਅਦ ਵਾਲਾ ਜੀਵਨ ਵੀ ਸਾਡੇ ਸਾਹਮਣੇ ਹੈ। ਕਿੱਥੇ ਸਾਰਾ ਦਿਨ ਵਿਕਾਰ ਕਮਾਉਂਦੇ ਆ ਲੰਘਣਾ। ਜਿੰਨੇ ਵੀ ਆਉਣਾ ਉਹਨੇ ਵਿਕਾਰ ਕਮਾਉਣੇ, ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਵਿਕਾਰ ਕਮਾਉਂਦੇ ਰਹਿਣਾ, ਤਨ ਦਾ ਵਪਾਰ ਕਰਨਾ। ਬੜਾ ਗੰਦਲਾ ਜਿਹਾ ਜੀਵਨ। ਕਿੰਨਾ ਕੁ ਸਮਾਜ ਚੰਗਾ ਕਹਿੰਦਾ ਹੋਏਗਾ ਗਣਕਾ ਨੂੰ ਵੀ ਤੂੰ ਬੜਾ ਚੰਗਾ ਕੰਮ ਕਰ ਰਹੀ ਹੈ ਆਪਣੇ ਤਨ ਦਾ ਵਪਾਰ ਕਰਕੇ। ਸਮਾਜ ਤੇ ਦੁਰਕਾਰਦਾ ਹੀ ਹੋਏਗਾ ਨਾ ਵੀ ਇਹ ਤੇਰੇ ਵਰਗਾ ਭੈੜਾ ਕਰਮ ਕੌਣ ਕਰੇਗਾ, ਤੂੰ ਤੇ ਸਾਰਾ ਦਿਨ ਵਿਕਾਰ ਕਮਾਉਣੀ ਹੈ। ਪਰ ਇੱਕ ਸੂਆ ਲੈ ਕੇ ਇੱਕ ਪੰਡਤ ਚੱਲ ਕੇ ਆਉਂਦਾ ਤੇ ਉਹ ਗਣਕਾ ਨੂੰ ਪਕੜਾ ਕੇ ਚਲਾ ਜਾਂਦਾ, ਬਸ ਇੰਨਾ ਕੁ ਕਹਿ ਕੇ ਵੀ ਧੀਏ ਆ ਸੂਆ ਜਿਹੜਾ ਤੈਨੂੰ ਦੇ ਕੇ ਚੱਲਿਆ ਨਾ, ਮਤਲਬ ਤੋਤਾ, ਇਹ ਤੋਤਾ ਜਿਹੜਾ ਤੈਨੂੰ ਦੇ ਕੇ ਚੱਲਿਆ, ਇਹਨੂੰ ਆਦਤ ਹੈ ਰੋਜ਼ ਰਾਮ ਰਾਮ ਕਹਿਣ ਦੀ। ਪਰ ਇਹ ਕਹਿੰਦਾ ਤਾਂ ਹੀ ਹੈ ਜੇ ਇਹਨੂੰ ਅੱਗੋਂ ਅਖਵਾਈਏ, ਫੇਰ ਇਹ ਪਿੱਛੇ ਪਿੱਛੇ ਬੋਲਦਾ, ਮਗਰ ਮਗਰ ਬੋਲਦਾ। ਤੇ ਧੀਏ ਮੈਂ ਕੁਝ ਕੁ ਦਿਨ ਵਾਸਤੇ, ਕੁਝ ਕੁ ਚਿਰ ਵਾਸਤੇ ਚੱਲਿਆ ਕਿਸੇ ਕਾਰਜ, ਤੇ ਮੈਂ ਤੇਰੀ ਜਿਹੜੀ ਨਾ ਇੱਕ ਨਿੱਕਾ ਜਿਹਾ ਤੈਨੂੰ ਕੰਮ ਦੇ ਕੇ ਚੱਲਿਆ ਵੀ ਤੂੰ ਸਵੇਰੇ ਉੱਠ ਕੇ ਨਾ ਰੋਜ਼ ਕੁਝ ਚਿਰ ਵਾਸਤੇ ਅੱਗੇ ਅੱਗੇ ਤੂੰ ਰਾਮ ਰਾਮ ਬੋਲਣਾ ਤੇ ਮਗਰ ਮਗਰ ਤੇਰਾ ਤੋਤਾ ਬੋਲੇਗਾ। ਬਸ ਆ ਜ਼ਿੰਮੇਵਾਰੀ ਤੂੰ ਸਾਂਭਣੀ ਹੈ। ਕਹਿੰਦੀ ਠੀਕ ਹੈ ਜੀ। ਅਗਲੀ ਨੇ ਮਨ ਚ ਸੋਚਿਆ ਹੀ ਹੋਣਾ ਨਾ, ਸਾਰਾ ਦਿਨ ਵਕਾਰ ਕਮਾਉਣੇ, ਜੇ 2 ਘੜੀਆਂ ਰਾਮ ਰਾਮ ਕਰ ਵੀ ਲਵਾਂਗੀ ਤੇ ਕਿੱਡੀ ਕੁ ਵੱਡੀ ਗੱਲ ਹੈ। ਪਰ ਇਹ ਨਹੀਂ ਸੀ ਨਾ ਪਤਾ ਵੀ ਉਹ 2 ਘੜੀਆਂ ਜਿਹੜਾ ਰਾਮ ਰਾਮ ਕਹਿਣਾ ਉਹਨੇ ਜੀਵਨ ਦੀ ਰੌ ਬਦਲ ਕੇ ਰੱਖ ਦੇਣੀ, ਜੀਵਨ ਜਿਉਣ ਦਾ ਢੰਗ ਹੀ ਬਦਲ ਕੇ ਰੱਖ ਦੇਣਾ। ਹੁਣ ਉਹਨੇ ਤੇ ਜੋ ਪੰਡਤ ਨੇ ਉਹਨੂੰ ਕਿਹਾ ਸੀ, ਜੋ ਉਹਦਾ ਜ਼ਿੰਮੇਵਾਰੀ ਲਾ ਕੇ ਗਿਆ, ਉਹ ਤੇ ਜ਼ਿੰਮੇਵਾਰੀ ਨਿਭਾ ਰਹੀ ਹੈ। ਕਹਿ ਸਕਦੇ ਆ ਵੀ ਸ਼ੁਰੂਆਤ ਤੇ ਸ਼ਾਇਦ ਹੋ ਸਕਦਾ ਗਣਕਾ ਨੇ ਬੱਧਾ ਚੱਟੀ ਕੀਤੀ ਹੋਵੇ। ਸ਼ੁਰੂਆਤ ਤੇ ਉਹਨੇ ਇਹ ਥੋੜੀ ਸੋਚ ਕੇ ਕੀਤੀ ਹੋਏਗੀ ਵੀ ਮੈਂ ਰੱਬ ਦੀ ਭਗਤੀ ਕਰਨੀ ਹੈ। ਸ਼ੁਰੂਆਤ ਤੇ ਇਹੀ ਸੋਚ ਕੇ ਕਰ ਰਹੀ ਹੈ ਤੋਤੇ ਨੂੰ ਪੜਾਉਣਾ, ਇਹਨੂੰ ਆਦਤ ਹੈ। ਤੇ ਨਾ ਹੀ ਉਹਨੇ ਇਹ ਸੋਚਿਆ ਹੋਣਾ ਵੀ ਮੈਂ ਰਾਮ ਰਾਮ ਕਵਾਂਗੀ, ਤੋਤਾ ਮੇਰੇ ਮਗਰ ਮਗਰ ਬੋਲੇਗਾ,
ਤੋਤਾ ਰਾਮ ਰਾਮ ਤੇ ਕਹਾਉਣਾ ਤੋਤੇ ਕੋਲੋਂ ਤੇ ਇੱਕ ਬਹਾਨਾ ਹੈ, ਅਸਲ ਦੇ ਵਿੱਚ ਮੇਰੇ ਅੰਦਰ ਰਾਮ ਰਾਮ ਉਤਰ ਜਾਏਗਾ ਨਾ। ਉਹਦੀ ਇਹ ਸੋਚ ਹੋਣੀ ਹੈ। ਉਹਦੀ ਸੋਚ ਤੇ ਸਿਰਫ ਇੰਨੀ ਹੈ, ਮੈਨੂੰ ਪੰਡਤ ਜੀ ਤੋਤਾ ਦੇ ਕੇ ਗਏ ਨੇ ਤੇ ਮੈਨੂੰ ਇਹ ਜ਼ਿੰਮੇਵਾਰੀ ਦੇ ਕੇ ਗਏ ਵੀ ਮੈਂ ਇਹਨੂੰ ਰਾਮ ਰਾਮ ਪੜਾਉਣਾ ਹੈ, ਬਸ ਇੰਨੀ ਕੁ ਸੋਚ ਹੈ, ਇਸ ਤੋਂ ਵੱਧ ਕੇ ਕੁਛ ਨਹੀਂ। ਪਰ ਉਹ ਰਾਮ ਰਾਮ ਐਸਾ ਪੜਾਉਣ ਲੱਗੀ, ਤੋਤੇ ਨੂੰ ਪੜਾਉਂਦਿਆਂ ਆਪਣੇ ਹਿਰਦੇ ਨੇ ਐਸਾ ਪੜਿਆ, ਹਿਰਦੇ ਵਿੱਚ ਰਾਮ ਟਿਕਿਆ। ਰਾਮ ਨੇ ਫਿਰ ਉਹੀ ਗਣਕ ਹੈ ਜਿਹਨੂੰ ਸਮਾਜ ਦੁਰਕਾਰਦਾ ਹੈ। ਸਮਾਜ ਬੜਾ ਭੈੜਾ ਤੇ ਬੜੀ ਗੰਦੀ ਜਿਹੇ ਨਜ਼ਰੀਏ ਨਾਲ ਵੇਖਦਾ, ਪਰ ਜਦੋਂ ਗਣਕਾਂ ਨੇ ਖੁਦ ਅਕਾਲ ਪੁਰਖ ਰਾਮ ਦੀ ਆਰਾਧਨਾ ਕੀਤੀ, ਰੱਬ ਨੂੰ ਚੇਤੇ ਕੀਤਾ, ਰੱਬ ਉਹਦੀ ਪੱਤ ਵੀ ਢੱਕਦਾ, ਉਹਦੀ ਇੱਜ਼ਤ ਵੀ ਰੱਖਦਾ ਹੈ। ਬਸ ਇਸੇ ਤਰ੍ਹਾਂ ਅਬ ਰਾਖੋ ਦਾਸ ਪਾਟ ਕੀ ਲਾਜ। ਗੁਰੂ ਸਾਹਿਬ ਜੀ, ਮੈਂ ਤੁਹਾਡੇ ਅੱਗੇ ਅਰਦਾਸ ਕਰਦਾ ਵੀ ਜਿੱਦਾਂ ਤੁਸੀਂ ਇਹਨਾਂ ਦੀ ਪੱਤ ਰੱਖੀ ਹੈ ਨਾ, ਜਿੰਨੀਆਂ ਵੀ ਸ਼ਖਸੀਅਤਾਂ ਦਾ ਜ਼ਿਕਰ ਕੀਤਾ, ਸਾਰੀਆਂ ਸਮਾਜ ਵੱਲੋਂ ਬੜੇ ਤਰਸਯੋਗ ਹਾਲਾਤ ਨੇ ਇਹਨਾਂ ਦੇ, ਪਰ ਇਹਨਾਂ ਸਾਰਿਆਂ ਦੀ ਪੱਤ ਤੁਸੀਂ ਰੱਖ ਰਹੇ ਹੋ ਜਿੱਦਾਂ ਇਹਨਾਂ ਦੀ ਪੱਤ ਰੱਖੀ ਹੈ ਸਤਿਗੁਰੂ ਪਾਤਸ਼ਾਹ, ਉਸੇ ਤਰ੍ਹਾਂ ਕਿਤੇ ਮੇਰੀ ਪੱਤ ਨੂੰ ਵੀ ਤੁਸੀਂ ਢੱਕ ਲਵੋ। ਸ੍ਰੀ ਸਤਿਗੁਰ ਸੋ ਪ੍ਰਸੰਨ ਕਲ ਜੁਗ ਹੋਏ, ਰੱਖੋ ਦਾਸ ਪਾਟ ਕੀ ਲਾਜ। ਤੇ ਮਾਲਕ ਜੀ, ਸ਼੍ਰੀ ਸਤਿਗੁਰ ਸੋ ਪ੍ਰਸੰਨ ਕਲਯੁਗ ਹੋਏ, ਜੇ ਤੁਸੀਂ ਵਾਕਈ ਤਰੁੱਠੇ ਹੋ, ਪ੍ਰਸੰਨਤਾ ਦੇ ਘਰ ਵਿੱਚ ਆਏ ਹੋ, ਤੇ ਫਿਰ ਮੈਂ ਤੇ ਤੁਹਾਡੇ ਅੱਗੇ ਇਹੀ ਅਰਦਾਸ ਕਰਦਾ, ਰਾਖੋ ਦਾਸ ਪਾਟ ਕੀ ਲਾਜ। ਮੈਨੂੰ ਕੁਝ ਹੋਰ ਨਹੀਂ ਚਾਹੀਦਾ, ਸਿਰਫ ਪਾਤੀ ਚਾਹੀਦੀ, ਲਾਜ ਚਾਹੀਦੀ, ਤੇ ਲਾਜ ਵੀ ਉਹ ਚਾਹੀਦੀ ਜਿਹੜੀ ਤੁਸੀਂ ਰੱਖਣੀ ਹੈ। ਜਦੋਂ ਇਹ ਕੇਵਲ ਭੱਟ ਸਾਹਿਬਾਨ ਨਹੀਂ, ਜੇ ਕਿਤੇ ਅਸੀਂ ਵੀ ਕਵਾਂਗੇ ਨਾ ਰੱਬ ਨੂੰ ਵੀ ਰੱਬ ਜੀ ਸਾਡੀ ਲਾਜ ਤੁਸੀਂ ਰੱਖਣੀ ਹੈ, ਤੇ ਫਿਰ ਜ਼ਿੰਦਗੀ ਦਾ ਚਾਹੇ ਕੋਈ ਪਹਿਲੂ ਹੈ, ਕੱਲਾ ਇਹ ਨਹੀਂ ਵੀ ਸਾਨੂੰ ਸਮਾਜ ਵਿੱਚ ਰੱਬ ਇੱਜ਼ਤ ਵਾਲੇ ਬਣਾ ਕੇ ਰੱਖੇਗਾ ਵੀ ਸਾਡੀ ਕਦੇ ਬੇਪਤੀ ਨਹੀਂ ਹੋ, ਉਹ ਪੱਖ ਨਹੀਂ, ਕੱਲਾ ਉਹੀ ਨਹੀਂ, ਜਿੰਨਾਂ ਚੀਜ਼ਾਂ ਦੇ ਨਾਲ ਅਸੀਂ ਸਮਝਦੇ ਆ ਨਾ ਕਿ ਇਹਨਾਂ ਚੀਜ਼ਾਂ, ਇਹਨਾਂ ਵਸਤੂਆਂ ਨਾਲ ਸਾਡਾ ਸਮਾਜ 'ਚ ਨੱਕ ਬਣਿਆ ਰਹੇਗਾ, ਤੇ ਜੇ ਰੱਬ ਅੱਗੇ ਅਰਦਾਸ ਹੈ ਤੇ ਰੱਬ ਬਣਾ ਕੇ ਵੀ ਜ਼ਰੂਰ ਰੱਖੇਗਾ। ਸਾਡੀ ਸੋਚਣੀ, ਜੋ ਸੰਸਾਰਕ ਬੰਦਿਆਂ ਦੀ ਸੋਚਣੀ ਹੈ, ਉਹ ਇਹ ਹੀ ਹੈ ਨਾ, ਬੰਦੇ ਕੋਲ ਤਨ ਦਾ ਨੰਗੇਜ ਢੱਕਣ ਵਾਸਤੇ ਕੱਪੜੇ ਚੰਗੇ ਹੋਣ ਤੇ ਬੰਦਾ ਪੱਤ ਵਾਲਾ ਹੈ, ਰਹਿਣ ਵਾਸਤੇ ਚੰਗਾ ਘਰ ਹੋਵੇ ਤੇ ਬੰਦਾ ਪੱਤ ਵਾਲਾ, 4 ਟਕੇ ਜੇਬ ਵਿੱਚ ਹੋਣ ਤੇ ਬੰਦਾ ਇੱਜ਼ਤ ਵਾਲਾ, 4 ਲੋਕ ਇਹਨੂੰ ਤੁਰੇ ਜਾਂਦੇ ਨੂੰ ਸਲਾਮ ਕਰ ਦੇਣ ਤੇ ਬੰਦਾ ਇੱਜ਼ਤ ਵਾਲਾ। ਇਹਨਾਂ ਚੀਜ਼ਾਂ ਨੂੰ ਅਸੀਂ ਵੇਖਿਆ ਤੇ ਵੇਖ ਕੇ ਅਸੀਂ ਕਿਹਾ ਭਾਈ ਆਹ ਬੰਦਾ ਬੜੀ ਪੱਤ ਤੇ ਬੜੀ ਇੱਜ਼ਤ ਵਾਲਾ ਹੈ। ਜਦੋਂ ਹੁਣ ਅਸੀਂ ਰੱਬ ਅੱਗੇ ਅਰਦਾਸ ਕਰਾਂਗੇ, ਰੱਬ ਜੀ ਮੈਂ ਤੇ ਤੁਹਾਡੇ ਅੱਗੇ ਅਰਦਾਸ ਕਰਦਾ, ਚਾਹੀਦਾ ਮੈਨੂੰ ਕੁਛ ਨਹੀਂ, ਬਸ ਸਮਾਜ ਵਿੱਚ ਮੇਰੀ ਪੱਤ ਬਣੀ ਰਹੇ, ਨਾ ਤੇ ਮੈਨੂੰ ਟਕਿਆਂ ਵਾਲੇ ਪਾਸੇ ਤੋਂ ਕਮੀ ਆਉਣ ਦੇਗਾ, ਨਾ ਕਦੇ ਮੈਨੂੰ ਬੇਕਾਰ ਹੋਣ ਦੇਗਾ, ਨਾ ਹੀ ਸਮਾਜ ਵਿੱਚ ਮੈਨੂੰ ਕਿਤੇ ਨੀਵਾਂ ਹੋ ਕੇ ਚੱਲਣ ਦੇਗਾ, ਹਰ ਜਗ੍ਹਾ ਦੇ ਉੱਤੇ ਇੱਜ਼ਤ ਵਾਲਾ ਬਣਾ ਕੇ ਵੀ ਰੱਖੇਗਾ, ਤੇ ਨਾ ਹੀ ਉਹ ਮੈਨੂੰ ਤਨ ਦੇ ਉੱਤੇ ਕਿਤੇ ਪਾਟੇ ਪੁਰਾਣੇ ਜਾਂ ਗੜੀ ਗੋਦਰੀ ਪਹਿਨਣ ਦੇਗਾ, ਉਹ ਤੇ ਮੇਰੀ ਪੱਤ ਰੱਖਣ ਵਾਲਾ ਆਪ ਹੀ ਹੈ ਨਾ। ਬਸ ਮੈਨੂੰ ਸਿਰਫ ਅਰਦਾਸ ਕਰਨ ਦੀ ਕਿਤੇ ਜਾਂਚ ਆ ਜਾਏ, ਅਰਦਾਸ ਕਰਨ ਦਾ ਕਿਤੇ ਢੰਗ ਆ ਜਾਏ ਕਿ ਰੱਬ ਜੀ ਮੈਂ ਤੁਹਾਡੇ ਅੱਗੇ ਅਰਦਾਸ ਕਰਦਾ, ਤੁਸੀਂ ਕਿਰਪਾ ਕਰੋ ਮੇਰੀ ਲਾਜ ਪੱਤ ਤੁਸੀਂ ਆਪ ਰੱਖ ਲਓ। ਜੇ ਕਿਤੇ ਅਰਦਾਸ ਕਰਨ ਦੀ ਜਾਂਚ ਆ ਜਾਏ ਤੇ ਰੱਬ ਪੱਤ ਰੱਖਣ ਵਾਲਾ ਵੀ ਆਪ ਜੇ, ਫਿਰ ਦੁਨੀਆ ਇੱਕ ਪਾਸੇ, ਅਕਾਲ ਪੁਰਖ ਇੱਕ ਪਾਸੇ, ਜੇ ਪੱਤ ਰੱਬ ਰੱਖਣ ਵਾਲਾ ਤੇ ਦੁਨੀਆ ਕਦੇ ਬੇਪੱਤੀ ਨਹੀਂ ਜੇ ਕਰ ਸਕਦੀ। ਜਿੰਨਾ ਮਰਜੀ ਜ਼ੋਰ ਲਾ ਲਏ ਸਮਾਜ, ਬਸ ਸਿਰਫ ਇੱਕ ਜਾਂਚ, ਇੱਕ ਢੰਗ ਆ ਜਾਏ, ਉਸ ਅਕਾਲ ਪੁਰਖ ਪਰਮੇਸ਼ਵਰ ਦੇ ਅੱਗੇ ਹੱਥ ਜੋੜ ਕੇ ਅਰਦਾਸ ਕਰਨ ਦਾ, ਮਨ ਕਰਕੇ ਹਿਰਦੇ ਕਰਕੇ ਕਿਤੇ ਅਰਦਾਸ ਕਰਨ ਦੀ ਜਾਂਚ ਆ ਜਾਏ, ਅਬ ਰਾਖੋ ਦਾਸ ਪਾਟ ਕੀ ਲਾਜ, ਜਾਂ ਆ ਅਰਦਾਸ ਕਰਨ ਦੀ ਜਾਂਚ ਆ ਜਾਏ, ਸ਼੍ਰੀ ਸਤਿਗੁਰ ਸੋ ਪ੍ਰਸੰਨ ਕਲਯੁਗ ਹੋਏ, ਰਾਖੋ ਦਾਸ ਪਾਟ ਕੀ ਲਾਜ। ਚੋਲਨਾ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਨਿਆ, ਸ਼ਬਦ ਹਰ ਹਰ ਜਪੈ, ਨਾਮ ਨਵ ਨਿਧ ਆਪੈ,
ਰਸਨ ਅਹਨਸ ਰਸੈ ਸਤ ਕਰ ਜਾਣਿਓ। ਫਿਰ ਭੱਟ ਨਾਲਿਆ ਜੀ ਦਾ ਹੀ ਇਹ ਵੀ ਬਚਨ ਹੈ, ਸਿਰਫ ਲੈ ਜਿਹੜੀ ਉਹ ਤਬਦੀਲ ਹੋਈ, ਕਿਸਮ ਛੰਦ ਦੀ ਜਿਹੜੀ ਉਹ ਤਬਦੀਲ ਹੋਈ। ਇਹ ਝੋਲਣਾ ਰੂਪ ਵਿੱਚ ਹੈ, ਮਤਲਬ ਜਦੋਂ ਇਹਨੂੰ ਆਪਾਂ ਗਾਇਨ ਕਰਦਿਆਂ ਹੋਇਆਂ ਪੜ੍ਹਦੇ ਹਾਂ ਤੇ ਇਸ ਢੰਗ ਦੇ ਨਾਲ ਜਿਵੇਂ ਝੋਲਣਾ ਚੱਲ ਰਿਹਾ ਹੋਵੇ, ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਨੀਓ। ਇਹਦੇ ਵਿੱਚ ਨਾ ਹੁਣ ਭੱਟ ਜੀ ਕਹਿੰਦੇ ਵੀ ਇਹ ਪ੍ਰਾਣੀਓ ਗੁਰੂ ਨੂੰ ਜਪੋ। ਹੈਰਾਨਗੀ ਹੁੰਦੀ ਇਹਨਾਂ ਬਚਨਾਂ ਨੂੰ ਪੜ੍ਹਦੇ ਆ, ਕੋਈ ਬਹੁਤਾ ਲੰਮੇਰੇ ਸਮੇਂ ਤੋਂ ਨਹੀਂ ਗੁਰੂ ਘਰ ਨੂੰ ਜਾਣਦੇ। ਭੱਟ ਜੀ ਚਾਹੇ ਜਿਹੜੇ ਮਰਜ਼ੀ ਆਪਾਂ 11 ਦੇ 11 ਭੱਟ ਸਾਹਿਬਾਨਾਂ ਦਾ ਜੀਵਨ ਪੜ੍ਹੋ, ਕਿਤੇ ਬਹੁਤਾ ਲੰਮੇਰਾ ਪਿਛੋਕੜ ਨਹੀਂ ਵੀ ਇਹ ਗੁਰੂ ਸਾਹਿਬ ਦੇ ਨਾਲ ਬੜੇ ਚਿਰਾਂ ਤੋਂ ਜੁੜੇ ਹੋਏ। ਗੁਰੂ ਸਾਹਿਬ ਦੇ ਦਰ ਤੇ ਆਏ ਤੇ ਆਏ ਸਨਾਤਨ ਧਰਮ ਵਿੱਚੋਂ। ਆ ਕਰਕੇ ਜਿਹੜੀਆਂ ਦਾਤਾਂ ਗੁਰੂ ਦਰਬਾਰ ਚੋਂ ਮਿਲੀਆਂ, ਉਹ ਦਾਤਾਂ ਲੈ ਕੇ ਵੇਖੋ ਨਾ ਮਿਥਿਹਾਸ ਪੜ੍ਹਨ ਵਾਲੇ, ਮਿਥਿਹਾਸ ਜਾਣਨ ਵਾਲੇ, ਗਿਆਨ ਰੱਖਣ ਵਾਲੇ ਜਦੋਂ ਗੁਰੂ ਨਾਨਕ ਦੇ ਘਰ ਵਿੱਚ ਆਉਂਦੇ ਤੇ ਉਹਨਾਂ ਰਤਾ ਮਾਤਰ ਗੁਰੇਜ਼ ਨਹੀਂ ਕੀਤਾ। ਬਾਬੇ ਨਾਨਕ ਨੂੰ ਰੱਬ ਦਾ ਰੂਪ ਕਹਿਣ ਲੱਗਿਆ, ਕਿਸੇ ਹੋਰ ਨਹੀਂ। ਉਹਨਾਂ ਸਗੋਂ ਇੱਥੋਂ ਤੱਕ ਵੀ ਗੁਰੂ ਜੀ, ਗੁਰੂ ਨਾਨਕ ਸਾਹਿਬ ਜੀ, ਜਿਹੜੇ ਲੋਕ ਜਿਨ੍ਹਾਂ ਨੂੰ ਦੇਵੀ ਤੇ ਦੇਵਤੇ ਮੰਨ ਕੇ ਪੂਜ ਰਹੇ ਨੇ, ਜਦੋਂ ਉਹਨਾਂ ਆਰਾਧਨਾ ਕੀਤੀ ਤੇ ਉਹਨਾਂ ਵੀ ਤੁਹਾਡੀ ਆਰਾਧਨਾ ਕੀਤੀ ਹੈ, ਹਾਲਾਂਕਿ ਆਏ ਉਹਨਾਂ ਵਿੱਚੋਂ ਹੀ ਨੇ। ਹੁਣ ਉਹਨਾਂ ਸਾਰਾ ਮਿਥਿਹਾਸ ਪੜ੍ਹਿਆ ਵੀ ਆ, ਮਤਲਬ ਗਿਆਨ ਰੱਖਣ ਵਾਲੇ, ਉਸ ਘਰਾਣੇ ਨਾਲ ਸੰਬੰਧ ਰੱਖਣ ਵਾਲੇ ਨੇ। ਤੇ ਜਿਹੜੀਆਂ ਦਾਤਾਂ ਆ ਕੇ ਗੁਰੂ ਅਰਜਨ ਸਾਹਿਬ ਦੇ ਦਰਬਾਰ ਵਿੱਚੋਂ ਮਿਲੀਆਂ, ਗੁਰੂ ਨਾਨਕ ਸਾਹਿਬ ਦੇ ਘਰ ਵਿੱਚੋਂ ਮਿਲੀਆਂ, ਉਹ ਦਾਤਾਂ ਲੈ ਕਰਕੇ ਦੁਨੀਆ ਨੂੰ ਦੱਸ ਰਹੇ, ਉਹ ਦੁਨੀਆ ਦੇ ਲੋਕੋ, ਆਹ ਗੁਰੂ ਦਰਬਾਰ ਚੋਂ ਤੇ ਸਭ ਕੁਝ ਮਿਲਦਾ ਹੈ, ਗੁਰੂ ਦਰ ਤੋਂ ਤੇ ਸਾਰਾ ਕੁਝ ਮਿਲਦਾ। ਤੁਸੀਂ ਅੱਜ ਤੱਕ ਕਿੱਥੇ ਤੁਰੇ ਫਿਰਦੇ ਜੇ? ਔਰ ਉਹਨਾਂ ਜਿੰਨੀ ਫਿਰ ਅਰਦਾਸ ਕੀਤੀ, ਜਿੰਨੀਆਂ ਅਰਜ਼ੋਈਆਂ ਕੀਤੀਆਂ, ਉਹਨਾਂ ਦੀਆਂ ਅਰਜ਼ੋਈਆਂ ਇਹ ਨਹੀਂ ਵੀ ਉਹ ਸਿਰਫ ਸਾਨੂੰ ਦੱਸ ਰਹੇ ਵੀ ਅਸੀਂ ਅਰਦਾਸਾਂ ਕੀਤੀਆਂ, ਉਹ ਦੱਸ ਰਹੇ ਅਸੀਂ ਅਰਜ਼ੋਈ ਕੀਤੀ ਹੈ, ਸਾਡੀ ਪੱਤ ਗੁਰੂ ਨੇ ਰੱਖੀ, ਸਾਡੀ ਇੱਜ਼ਤ ਗੁਰੂ ਨੇ ਰੱਖੀ, ਜੇ ਕਿਤੇ ਤੁਹਾਨੂੰ ਕਰਨੀ ਆ ਗਈ ਤੇ ਪੱਤ ਤੁਹਾਡੀ ਵੀ ਗੁਰੂ ਜ਼ਰੂਰ ਰੱਖੇਗਾ। ਕਾਰਨ ਤੇ ਇਹੀ ਹੈ। ਹੁਣ ਉਹਨਾਂ ਵੇਖੋ, ਪਹਿਲੋਂ ਸ਼ਬਦ ਸੀ ਗੁਰੂ ਅੱਗੇ ਅਰਦਾਸ ਵੀ ਮੇਰੀ ਪੱਤ ਤੁਸੀਂ ਰੱਖੋ। ਹੁਣ ਉਹ ਤੋਂ ਬਾਅਦ ਚ ਮਨੁੱਖਾਂ ਨੂੰ ਸੰਬੋਧਨ ਕਰਕੇ ਉਹ ਪ੍ਰਾਣੀਓ, ਜੀਵੋ, ਤੁਸੀਂ ਗੁਰੂ ਗੁਰੂ ਜਪੋ, ਗੁਰੂ ਦੀ ਆਰਾਧਨਾ ਕਰੋ। ਹੁਣ ਗੁਰੂ ਦੀ ਆਰਾਧਨਾ ਕਰਨੀ ਕਿਉਂ ਹੈ? ਫਿਰ ਅਗਾਂਹ ਦੱਸਿਆ ਵੀ ਜਦੋਂ ਗੁਰੂ ਨੂੰ ਆਰਾਧਦੇ ਹੋ ਨਾ, ਆ ਖੇਡ, ਆ ਕਲਾ ਜੀਵਨ ਚ ਵਰਤਦੀ ਹੈ। ਕਿਉਂਕਿ ਗੁਰੂ ਆਪ ਜਿਹੜਾ ਹੈ ਨਾ, ਸ਼ਬਦ ਹਰ ਹਰ ਜਪੈ, ਨਾਮ ਨਵ ਨਿਧ ਆਪੈ, ਰਸਨ ਅਹਨਿਸ ਰਸੈ ਸਤ ਕਰ ਜਾਣਿਓ। ਕਿਉਂਕਿ ਉਹ ਗੁਰੂ ਜਿਹੜਾ ਹੈ ਨਾ, ਉਹ ਆਪ ਤੇ ਹਰ ਹਰ ਜਪਦਾ ਹੀ ਹੈ, ਆਪ ਤੇ ਹਰੀ ਹਰੀ ਉਹਨੇ ਕੀਤਾ ਹੀ, ਆਪ ਤੇ ਰੱਬ ਦੀ ਆਰਾਧਨਾ ਕੀਤੀ। ਰੱਬ ਦੀ ਆਰਾਧਨਾ ਕਰਦੇ ਹੀ ਰੱਬ ਦਾ ਰੂਪ ਬਣੇ ਨਾ, ਜੇ ਨਾ ਕਰਦੇ ਤੇ ਫਿਰ ਰੱਬ ਦਾ ਰੂਪ ਵੀ ਸ਼ਾਇਦ ਨਾ ਬਣਦੇ। ਪਰ ਰੱਬ ਦੀ ਆਰਾਧਨਾ ਕੀਤੀ, ਰੱਬ ਦਾ ਰੂਪ ਬਣੇ। ਕਹਿੰਦੇ ਜਿੱਥੇ ਉਹਨਾਂ ਨੇ ਰੱਬ ਰੱਬ ਕੀਤਾ, ਉਹ ਰੱਬ ਦਾ ਰੂਪ ਬਣੇ, ਉੱਥੇ ਉਹ ਦੂਜਿਆਂ ਨੂੰ ਵੀ ਅਰਪਦੇ ਨੇ। ਗੁਰੂ ਦੂਸਰਿਆਂ ਨੂੰ ਵੀ ਦਿੰਦੇ ਨੇ ਰੱਬ ਦਾ ਨਾਮ, ਰੱਬ ਦੀ ਯਾਦ, ਰੱਬ ਦਾ ਚਿੰਤਨ। ਗੁਰੂ ਆਪ ਕਹਿ ਲੋ ਵੀ ਪ੍ਰੇਰਿਤ ਕਰਦਿਆਂ ਹੋਇਆਂ, ਪ੍ਰੇਰਨਾ ਦਿੰਦਿਆਂ ਹੋਇਆਂ ਆਪਣੇ ਨਾਲ ਜੁੜਨ ਵਾਲੇ ਜੀਵ ਨੂੰ ਉਹ ਅਕਾਲ ਪੁਰਖ ਪਰਮੇਸ਼ਵਰ ਦੇ ਚਿੰਤਨ ਵਿੱਚ ਲਾਉਂਦੇ ਨੇ ਕਿ ਭਾਈ ਜੀਵ ਉਸ ਅਕਾਲ ਪੁਰਖ ਪਰਮੇਸ਼ਵਰ ਦੀ ਆਰਾਧਨਾ ਕਰ। ਫਿਰ ਰਸਨਾ ਦੇ ਨਾਲ, ਰਸਨ ਅਹਨਿਸ ਰਸੈ, ਨਾਲੇ ਤੇ ਆਪ ਰਸਨਾ ਨਾਲ ਰਸ ਲੈਂਦੇ ਨੇ, ਤੇ ਨਾਲੇ ਜਿਹਨੂੰ ਅਰਪਦੇ ਨੇ ਉਹਨੂੰ ਕਹਿੰਦੇ ਵੀ ਸੱਜਣਾ ਮੈਂ ਵੀ ਇੱਥੋਂ ਹੀ ਰਸ ਲੈਣਾ ਤੇ ਤੂੰ ਵੀ ਇੱਥੋਂ ਹੀ ਰਸ ਲੈ, ਕੋਈ ਹੋਰ ਨਹੀਂ ਟਿਕਾਣਾ, ਕੋਈ ਹੋਰ ਨਹੀਂ ਥਾਂ,
ਕੋਈ ਹੋਰ ਜਗ੍ਹਾ ਨਹੀਂ। ਵੇਖ ਮੈਂ ਵੀ ਅਕਾਲ ਪੁਰਖ ਪਰਮੇਸ਼ਵਰ ਦੇ ਨਾਮ ਵਿੱਚੋਂ ਰਸ ਲੈਣਾ, ਲੈ ਤੂੰ ਵੀ ਰਸ ਇਸੇ ਵਿੱਚੋਂ ਲੈ, ਸਤ ਕਰ ਜਾਣੀਓ। ਤੇ ਕਹਿੰਦੇ ਅਸਲ ਦੇ ਅੰਦਰ ਜਿਹੜਾ ਅਕਾਲ ਪੁਰਖ ਪਰਮੇਸ਼ਵਰ ਨੂੰ ਸਤ ਕਰਕੇ ਜਾਣ ਲੈਂਦਾ ਹੈ, ਉਹੀ ਜੀਵ ਫਿਰ ਗੁਰੂ ਦੇ ਦਰਸਾਏ ਮੁਤਾਬਕ, ਗੁਰੂ ਦੀ ਦਿੱਤੀ ਸਿੱਖਿਆ ਦੇ ਮੁਤਾਬਕ ਰੱਬ ਰੱਬ ਜਪਦਾ, ਰੱਬ ਨੂੰ ਅਰਾਧਦਾ। ਤੇ ਰੱਬ ਨੂੰ ਅਰਾਧਦਾ ਹੋਇਆ ਜਿਵੇਂ ਗੁਰੂ ਆਪ ਉਸ ਮਾਲਕ ਦੇ ਨਾਮ ਦਾ ਰਸ ਲੈਂਦੇ ਨੇ, ਉਸੇ ਤਰ੍ਹਾਂ ਜੀਵ ਅਰਾਧਨਾ ਕਰਨ ਵਾਲਾ ਫਿਰ ਰੱਬ ਨੂੰ ਅਰਾਧਦਾ ਹੋਇਆ ਆਪਣੀ ਰਸਨਾ ਦੇ ਨਾਲ ਰੱਬ ਦੇ ਨਾਮ ਦਾ ਰਸ ਮਾਣਦਾ ਹੈ। ਹੁਨ ਪ੍ਰੇਮ ਰੰਗ ਪਾਈਐ, ਗੁਰਮੁਖੈ ਧਿਆਈਐ, ਅਨ ਮਾਰਗ ਤਜੋ ਭਜੋ ਹਰ ਗਿਆਨੀਓ। ਜਦੋਂ ਗੁਰੂ ਨੂੰ ਅਰਾਧਾਂਗੇ ਨਾ, ਕਹਿੰਦੇ ਹੋਏਗਾ ਇਹ ਫੁੰਨ, ਫਿਰ ਪ੍ਰੇਮ ਰੰਗ ਪਾਈਐ, ਪ੍ਰੇਮ ਦਾ ਰੰਗ ਮਿਲੇਗਾ। ਗੁਰਮੁਖ ਹੈ ਧਿਆਈਐ, ਜਦੋਂ ਗੁਰੂ ਦੇ ਰਾਹੀਂ, ਗੁਰੂ ਦੁਆਰਾ ਉਸ ਅਕਾਲ ਪੁਰਖ ਨੂੰ ਧਿਆਵਾਂਗੇ, ਉਹਨੂੰ ਅਰਾਧਾਂਗੇ। ਫਿਰ ਅਨ ਮਾਰਗ ਤਜੋ, ਬਾਕੀ ਸਾਰੇ ਦੇ ਸਾਰੇ ਰਸਤੇ ਛੱਡ ਦਿਓ। ਭਜੋ ਹਰ ਗਿਆਨੀਓ, ਹੇ ਰੱਬ ਦਾ ਗਿਆਨ ਰੱਖਣ ਵਾਲਿਓ, ਰੱਬ ਨੂੰ ਭਜੋ, ਰੱਬ ਨੂੰ ਚੇਤੇ ਕਰੋ, ਉਹਦੀ ਹੀ ਆਰਾਧਨਾ ਕਰੋ। ਬਾਕੀ ਸਾਰੇ ਦੇ ਸਾਰੇ ਮਾਰਗ ਜਿਹੜੇ, ਰਸਤੇ ਜਿਹੜੇ, ਉਹਨਾਂ ਨੂੰ ਛੱਡ ਦਿਓ। ਰੱਬ ਦਾ ਗਿਆਨ ਰੱਖਣ ਵਾਲਿਓ, ਬਾਕੀ ਰਸਤੇ ਛੱਡ ਦਿਓ, ਸਿਰਫ ਹਰ ਭਜੋ, ਰੱਬ ਨੂੰ ਭਜੋ, ਰੱਬ ਨੂੰ ਚੇਤੇ ਕਰੋ। ਰੱਬ ਦਾ ਗਿਆਨ ਰੱਖਣ ਵਾਲਿਓ, ਜਦੋਂ ਰੱਬ ਨੂੰ ਭਜੋਗੇ, ਰੱਬ ਨੂੰ ਚੇਤੇ ਕਰੋਗੇ, ਬਾਕੀ ਮਾਰਗ ਛੱਡ ਦਓਗੇ, ਇਹਦੇ ਨਾਲ ਕੀ ਹੋਏਗਾ? ਫੁਨ ਪ੍ਰੇਮ ਰੰਗ ਪਾਈਐ, ਫਿਰ ਰੱਬ ਦੇ ਪ੍ਰੇਮ ਦਾ ਰੰਗ ਮਿਲੇਗਾ। ਪਰ ਮਿਲੇਗਾ ਉਦੋਂ ਜਦੋਂ ਗੁਰਮੁਖ ਹੈ ਧਿਆਈਐ, ਜਦੋਂ ਗੁਰੂ ਦੁਆਰਾ ਉਹਨੂੰ ਆਰਾਧਨ ਦੀ ਕੋਸ਼ਿਸ਼, ਯਤਨ ਕਰਾਂਗੇ, ਫਿਰ ਕਿਤੇ ਜਾ ਕੇ ਪ੍ਰੇਮ ਦਾ ਰੰਗ ਮਿਲਦਾ। ਕਿਉਂਕਿ ਸ਼ਾਇਦ ਇਹਦੇ ਤੋਂ ਅਸੀਂ ਕਦੇ ਮੁਨਕਰ ਨਹੀਂ ਹੋ ਸਕਦੇ ਕਿ ਗੁਰੂ ਦੇ ਦਰਸਾਏ ਮਾਰਗ ਤੋਂ ਬਿਨਾਂ, ਗੁਰੂ ਦੀ ਦਿੱਤੀ ਸਿੱਖਿਆ ਤੋਂ ਬਿਨਾਂ ਅਸੀਂ ਰੱਬ ਦੀ ਆਰਾਧਨਾ ਵੀ ਸ਼ਾਇਦ ਨਾ ਕਰ ਸਕੀਏ। ਕਿਉਂਕਿ ਅਸੀਂ ਆਪਣੀ ਮੱਤ, ਆਪਣੀ ਬੁੱਧੀ ਦੇ ਨਾਲ ਕੋਸ਼ਿਸ਼ ਕਰਦੇ ਹਾਂ ਵੀ ਅਸੀਂ ਰੱਬ ਨੂੰ ਆਰਾਧ ਲਈਏ। ਯਤਨ ਵੀ ਸਾਡੇ ਇਹੀ ਹੁੰਦੇ ਵੀ ਸ਼ਾਇਦ ਆਹੀ ਤਰੀਕਾ, ਆਹੀ ਢੰਗ ਹੈ ਰੱਬ ਨੂੰ ਆਰਾਧਨ ਦਾ। ਪਰ ਜਦੋਂ ਗੁਰੂ ਨੂੰ ਆਪਾਂ ਸਮਝਦੇ ਹਾਂ, ਗੁਰੂ ਕੀ ਸਿੱਖਿਆ ਨੂੰ ਪੜ੍ਹਦੇ ਹਾਂ ਜਾਂ ਗੁਰੂ ਕੀ ਸਿੱਖਿਆ ਨੂੰ ਗ੍ਰਹਿਣ ਕਰਦੇ ਹਾਂ, ਤੇ ਫਿਰ ਗੁਰੂ ਦੇ ਦਰਸਾਏ ਮਾਰਗ ਤੋਂ, ਗੁਰੂ ਕੀ ਦਿੱਤੀ ਸਿੱਖਿਆ ਤੋਂ ਇਹਨਾਂ ਗੱਲਾਂ ਦੀ ਸਮਝ ਆਉਂਦੀ ਵੀ ਸ਼ਾਇਦ ਜਿਹੜੇ ਯਤਨ ਮੈਂ ਕਰ ਰਿਹਾ ਤੇ ਵਿਅਰਥ ਹੀ ਜਾ ਰਹੇ, ਮੇਰਾ ਵਰਤਿਆ ਯਤਨ ਕਿਸੇ ਲੇਖੇ ਵਿੱਚ ਨਹੀਂ ਹੈ। ਮੈਨੂੰ ਸ਼ਾਇਦ ਅਜੇ ਤੱਕ ਰੱਬ ਦੀ ਪ੍ਰੇਮਾ ਭਗਤੀ ਜਿਹੜੀ ਉਹ ਕਰਨੀ ਨਹੀਂ ਆਈ। ਕਿਉਂਕਿ ਜੇ ਕਰਨੀ ਆ ਜਾਂਦੀ ਤੇ ਫਿਰ ਤੇ ਜੀਵਨ ਜਿਉਣ ਦਾ ਰੌ, ਜੀਵਨ ਦੀ ਰੌ, ਜੀਵਨ ਦਾ ਢੰਗ ਬਦਲ ਜਾਂਦਾ ਨਾ। ਪਰ ਅਜੇ ਤੱਕ ਨਾ ਜੀਵਨ ਬਦਲਿਆ, ਨਾ ਜੀਵਨ ਜਿਉਣ ਦਾ ਤਰੀਕਾ ਬਦਲਿਆ, ਨਾ ਜ਼ਿੰਦਗੀ ਦੇ ਹਾਲਾਤ ਬਦਲੇ। ਮੈਂ ਤੇ ਉਸੇ ਕੁ ਥਾਂ ਤੇ ਹੀ ਖੜੋਤਾ ਜਿੱਥੋਂ ਕਿ ਮੈਂ ਤੁਰਿਆ ਸਾਂ, ਉਸੇ ਕਿ ਜਗ੍ਹਾ ਤੇ ਹੀ ਖੜੋਤਾ। ਤੇ ਫਿਰ ਇਹ ਨਹੀਂ ਹੈ ਵੀ ਅਸੀਂ ਹੁਣ ਰੱਬ ਵਿੱਚ ਦੋਸ਼ ਕੱਢਣ ਲੱਗ ਜਾਈਏ ਜਾਂ ਗੁਰੂ ਵਿੱਚ ਦੋਸ਼ ਕੱਢਣ ਲੱਗ ਜਾਈਏ। ਬਸ ਇਸ ਗੱਲ ਨੂੰ ਪੜਚੋਲਣ ਦੀ ਲੋੜ ਹੈ, ਇਸ ਗੱਲ ਨੂੰ ਵਿਚਾਰਨ ਦੀ ਲੋੜ ਹੈ ਕਿ ਅਜੇ ਤੱਕ ਮੇਰੇ ਵਿੱਚ ਕਮੀ ਕਿੱਥੇ ਹੈ ਕਿ ਮੈਂ ਅਜੇ ਤੱਕ ਨਾ ਰੱਬ ਦੀ ਆਰਾਧਨਾ ਕਰ ਸਕਿਆ ਤੇ ਨਾ ਹੀ ਮੈਂ ਹਰੀ ਪ੍ਰਮਾਤਮਾ ਦੇ ਦੀਦਾਰ ਦਰਸ਼ਨ ਕਰ ਸਕਿਆ ਤੇ ਨਾ ਹੀ ਹਰੀ ਪ੍ਰਮਾਤਮਾ ਨੂੰ ਆਪਣੇ ਹਿਰਦੇ 'ਚ ਟਿਕਾ ਸਕਿਆ। ਕਮੀ ਮੇਰੇ ਵਿੱਚ ਕਿੱਥੇ ਹੈ? ਕਿਉਂਕਿ ਉਹਦਾ ਨਾਮ ਤੇ ਉਹੀ ਹੈ ਜਿਹੜਾ ਪਹਿਲੋਂ ਜਪਦੇ ਸੀ, ਉਹਦਾ ਨਾਮ ਅੱਜ ਵੀ ਉਹੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਵੀ ਉਹੀ ਰਹਿਣਾ। ਜਪਣ ਵਾਲਿਆਂ ਦੀ ਅਵਸਥਾ ਨਹੀਂ ਉਹ ਰਹੀ, ਤੇ ਜਾਂ ਇਉਂ ਕਹਿ ਲਈਏ ਸਾਡੇ ਜੀਵਨ ਹੀ ਉਦਾਂ ਦੇ ਨਹੀਂ ਰਹੇ ਜਿੱਦਾਂ ਦੇ ਉਹਨਾਂ ਜਪਣ ਵਾਲਿਆਂ ਦੇ ਸੀ। ਸਾਡਾ ਜੀਵਨ ਹੀ ਕਿਸੇ ਹੋਰ ਢੰਗ ਨਾਲ ਅਸੀਂ ਜਿਉਂ ਰਹੇ ਹਾਂ। ਖੈਰ, ਸਤਿਗੁਰੂ ਕਹਿੰਦੇ ਜਦੋਂ ਗੁਰੂ ਦੇ ਦਰਸਾਏ ਮੁਤਾਬਕ,
ਗੁਰੂ ਦੇ ਦੱਸੇ ਮੁਤਾਬਕ ਗੁਰੂ ਦੁਆਰਾ ਜਦੋਂ ਰੱਬ ਨੂੰ ਧਿਆਵਾਂਗੇ ਪ੍ਰੇਮ ਰੰਗ ਮਿਲੇਗਾ ਤੇ ਬਾਕੀ ਸਾਰੇ ਮਾਰਗ ਛੱਡ ਕੇ ਹੀ ਰੱਬ ਦੀ ਆਰਾਧਨਾ ਜਿਹੜੀ ਉਹਨੂੰ ਕੀਤਾ ਜਾ ਸਕਦਾ ਹੈ। ਬਚਨ ਗੁਰ ਅਰਿਦ ਧਰੋ ਪੰਚ ਭੂ ਬਸ ਕਰੋ ਜਨਮ ਕੁਲ ਉਦਰਹੁ ਦਵਾਰ ਹਰ ਮਾਨਿਓ। ਬਚਨ ਗੁਰ ਰਿੱਧ ਧਰੋ, ਆ ਗੁਰੂ ਦੱਸਦਾ ਜੀ, ਜਦੋਂ ਗੁਰੂ ਕੀ ਸਿੱਖਿਆ ਨੂੰ ਹਿਰਦੇ ਵਿੱਚ ਧਾਰਨ ਕਰਾਂਗੇ ਤਾਂ ਹੀ ਤੇ ਪੰਜ ਭੂ ਬਸ ਕਰੋ, ਫੇਰ ਹੀ ਬਸ ਵਿੱਚ ਆਉਣਗੇ ਨਾ ਪੰਜ ਭੂਤ ਜਿਹੜੇ, ਜਿਨ੍ਹਾਂ ਨੂੰ ਪੰਜ ਵਿਕਾਰ ਆਖਦੇ ਆਪਾਂ। ਇਹ ਵਸ ਵਿੱਚ ਹੀ ਉਦੋਂ ਆਉਣਗੇ ਜਦੋਂ ਬਚਨ ਗੁਰ ਰਿਦੇ ਧਰੋ। ਗੁਰੂ ਕੇ ਬਚਨਾਂ ਨੂੰ ਅਸੀਂ ਹਿਰਦੇ 'ਚ ਧਰਾਂਗੇ, ਫਿਰ ਪੰਜ ਭੂ ਬਸ ਕਰੋ, ਫੇਰ ਹੀ ਪੰਜ ਭੂ ਜਿਹੜੇ ਪੰਜ ਭੂਤ ਨੇ ਜਿਹੜੇ ਜਾਂ ਵਿਕਾਰ ਨੇ ਜਿਹੜੇ ਉਹ ਵਸ ਵਿੱਚ ਆਉਣਗੇ। ਜਦੋਂ ਪੰਜ ਭੂਤ ਵਸ ਵਿੱਚ ਆ ਗਏ, ਵਿਕਾਰ ਵਸ ਵਿੱਚ ਆ ਗਏ, ਤੇ ਉਸ ਵਕਤ ਕੀ ਹੋਏਗਾ? ਕਹਿੰਦੇ ਜਨਮ ਕੁਲ ਉਧਰੋ, ਤੁਹਾਡਾ ਜਨਮ ਜਿਹੜਾ ਨਾ ਉਹ ਸਫਲ ਹੋ ਜਾਏਗਾ। ਮਤਲਬ ਤੁਸੀਂ ਤਰ ਜਾਓਗੇ, ਆਪਣਾ ਆਪਾ ਤਾਰ ਲਓਗੇ। ਦੁਆਰ ਹਰ ਮਾਨਿਓ, ਤੇ ਰੱਬ ਦੇ ਦਰ ਉੱਤੇ ਤੁਸੀਂ ਮਾਣ ਵਾਲੇ, ਸਤਿਕਾਰ ਵਾਲੇ, ਇੱਜ਼ਤ ਵਾਲੇ, ਸਨਮਾਨ ਵਾਲੇ ਬਣ ਜਾਓਗੇ ਜੇ ਕਿਤੇ ਆ ਖੇਡ ਵਾਪਰ ਜਾਏ। ਪਰ ਖੇਡ ਵਰਤਣੀ ਜਿਹੜੀ ਹੈ ਇਹ ਹੀ ਤੇ ਕਠਿਨ ਹੈ। ਹੁਣ ਇੱਥੇ ਪੰਜ ਭੂਤ ਜਾਂ ਤੇ ਵਿਕਾਰ ਕਹਿ ਸਕਦੇ ਆ, ਜਾਂ ਪੰਜ ਤੱਤਾਂ ਤੋਂ ਬਣਿਆ ਹੋਇਆ ਜਿਹੜਾ ਮਨ ਹੈ, ਉਹ ਮਨ ਨੂੰ ਵਸ ਵਿੱਚ ਕਰ ਲਈਏ ਤਾਂ ਰੱਬ ਦੇ ਦਰ ਤੇ ਸਤਿਕਾਰ ਹੈ। ਵਿਕਾਰ ਵਸ ਵਿੱਚ ਕਰ ਲਈਏ ਤਾਂ ਰੱਬ ਦੇ ਦਰ ਤੇ ਸਤਿਕਾਰ ਹੈ। ਵਿਕਾਰਾਂ ਨੂੰ ਕਾਬੂ ਪਾਉਣਾ ਹੀ ਮਨ ਨੂੰ ਕਾਬੂ ਪਾਉਣਾ, ਕਿਉਂਕਿ ਵਿਕਾਰ ਮਨ ਵਿੱਚ ਹੀ ਉਪਜਣੇ ਨੇ। ਜਦੋਂ ਵਿਕਾਰ ਕਾਬੂ ਵਿੱਚ ਰੱਖਾਂਗੇ, ਬਸ ਇੰਨਾ ਕਹਿ ਵੀ ਕਿਤੇ ਵਿਕਾਰ ਕਾਬੂ ਕਰਦਿਆਂ ਮਨ ਹੰਕਾਰੀ ਨਾ ਹੋ ਜਾਏ ਵੀ ਮੈਂ ਆਪਣੇ ਵਿਕਾਰਾਂ ਤੇ ਕਾਬੂ ਪਾ ਲਿਆ। ਜਿੱਥੇ ਵਿਕਾਰ ਕਾਬੂ ਵਿੱਚ ਕਰਨੇ ਉੱਥੇ ਮਨ ਵੀ ਕਿਤੇ ਕਾਬੂ ਵਿੱਚ ਆ ਜਾਏ। ਤੇ ਸਤਿਗੁਰੂ ਕਹਿੰਦੇ ਸੱਜਣਾ, ਜੇ ਮਨ ਕਾਬੂ 'ਚ ਕਰ ਲਏ ਨਾ ਤੇ ਫਿਰ ਕੀ ਹੋਏਗਾ? ਤੂੰ ਆਪਣਾ ਜਨਮ ਜਿਹੜਾ ਉਹਨੂੰ ਸਫਲ ਕਰ ਲਏਗਾ, ਜਨਮ ਤੇਰਾ ਉਧਰ ਜਾਏਗਾ, ਤਰ ਜਾਏਗਾ ਤੇਰਾ ਜੀਵਨ। ਜਾਂ ਇਉਂ ਕਹਿ ਲੋ ਜਿਵੇਂ ਸਤਿਗੁਰੂ ਆਖ ਰਹੇ, ਕਹਿੰਦੇ ਜਨਮ ਕੁੱਲ ਉਧਰੋ, ਤੇਰਾ ਜਨਮ ਵੀ ਸਫਲ ਤੇ ਤੇਰੀ ਕੁੱਲ ਦਾ ਪਾਰ ਉਤਾਰਾ ਵੀ ਹੋ ਜਾਏਗਾ। ਦੁਆਰ ਹਰ ਮਾਨਿਓ, ਤੇ ਰੱਬ ਦੇ ਦਰ ਉੱਤੇ ਤੂੰ ਮੰਨਿਆ ਜਾਏਗਾ। ਸੱਜਣਾ, ਰੱਬ ਦੇ ਦਰ ਉੱਤੇ ਮਾਣ ਪਾਏਗਾ, ਰੱਬ ਦੇ ਦਰ ਉੱਤੇ ਤੈਨੂੰ ਸਨਮਾਨ ਤੇ ਇੱਜ਼ਤ ਮਿਲੇਗੀ ਜੇ ਕਿਤੇ ਰੱਬ ਆਰਾਧਨ ਦੀ ਤੈਨੂੰ ਜਾਚ ਆ ਜਾਵੇ। ਜੋਤ ਸਭ ਸੁਖ ਇਤ ਉਤ ਤੁਮ ਬੰਚਵੋ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਨਿਓ। ਹੁਣ ਪ੍ਰਾਨੀਆਂ ਨੂੰ ਸੰਬੋਧਨ ਕੀਤਾ ਸੀ ਵੀ ਤੁਸੀਂ ਜਪੋ, ਤੇ ਪਹਿਲੋਂ ਦੱਸਿਆ ਵੀ ਕਿੱਦਾਂ ਜਪੋਗੇ, ਕਿਸ ਤਰ੍ਹਾਂ ਆਰਾਧ ਸਕਦੇ ਹੋ। ਫਿਰ ਸੌਖਾ ਜਿਹਾ ਇੱਕ ਪੱਖ ਰੱਖ ਦਿੱਤਾ ਭੱਟ ਜੀ ਨੇ, ਕਹਿੰਦੇ ਲੋਕ ਵਿੱਚ ਸੁੱਖ ਚਾਹੀਦੇ ਨੇ। ਜਿਹਨੂੰ ਮਰਜ਼ੀ ਪੁੱਛ ਲਓ, ਹਰ ਬੰਦਾ ਕਹੇਗਾ ਜੀ ਅਸੀਂ ਸੁੱਖ ਭਰਿਆ ਜੀਵਨ ਲੋਚਦੇ ਹਾਂ। ਕੀ ਪਰਲੋਕ ਵਿੱਚ ਵੀ ਸੁੱਖ ਚਾਹੀਦਾ? ਤੇ ਇੱਥੇ ਕਿਸੇ ਵੀ ਮਨੁੱਖ ਨੂੰ ਪੁੱਛ ਲਓ, ਭਾਈ ਤੈਨੂੰ ਮੁਕਤੀ ਚਾਹੀਦੀ ਹੈ, ਤੂੰ ਚਾਹੁੰਦਾ ਵੀ ਤੂੰ ਦੁਬਾਰਾ ਜੰਮਣ ਮਰਨ ਦੇ ਗੇੜ ਵਿੱਚ ਆਵੇਂ? ਇਹੀ ਕਹੇਗਾ ਵੀ ਨਹੀਂ, ਮੈਂ ਚਾਹੁੰਦਾ ਦੁਬਾਰਾ ਨਾ ਜੰਮਾਂ ਨਾ ਮਰਾਂ। ਤੇ ਭੱਟ ਜੀ ਕਹਿੰਦੇ ਜੋ ਤਾਂ ਸਭ ਸੁੱਖ ਇਤ ਉਤ ਤੁਮ ਬੰਛਵੋ। ਭਾਈ ਜੇ ਤੁਸੀਂ ਸਾਰੇ ਸੁੱਖ ਚਾਹੁੰਦੇ ਹੋ, ਲੋਕ ਵਿੱਚ ਵੀ ਮਿਲਣ ਤੇ ਪਰਲੋਕ ਵਿੱਚ ਵੀ ਮਿਲਣ, ਤੇ ਫਿਰ ਇੱਕੋ ਹੀ ਤਰੀਕਾ ਜੇ। ਤੇ ਉਹ ਤਰੀਕਾ ਕੀ ਹੈ? ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਨਿਓ। ਹੇ ਮਨੁੱਖੋ, ਤੁਸੀਂ ਗੁਰੂ ਦੀ ਆਰਾਧਨਾ ਕਰੋ। ਇਹਦੇ ਤੋਂ ਬਿਨਾ ਨਾ ਤੁਹਾਨੂੰ ਇਤ ਤੇ ਨਾ ਉਤ, ਕਿਤੇ ਵੀ ਸੁੱਖ ਸ਼ਾਇਦ ਨਾ ਮਿਲੇ, ਨਾ ਲੋਕ ਵਿੱਚ ਸੁਖੀ ਤੇ ਨਾ ਪਰਲੋਕ ਵਿੱਚ। ਜਿੰਨਾ ਚਿਰ ਸਾਨੂੰ ਗੁਰੂ ਦੀ ਆਰਾਧਨਾ ਕਰਨ ਦੀ ਜਾਚ ਨਹੀਂ ਆ ਜਾਂਦੀ, ਕਿਉਂਕਿ ਸਤਿਗੁਰੂ ਦੀ ਬਾਣੀ ਪੜੋ, ਮਾਲਕ ਬਾਣੀ 'ਚ ਕਹਿੰਦੇ ਦੋਵੇਂ ਥਾਵ ਰੱਖੇ ਗੁਰ ਸੂਰੇ। ਮੇਰਾ ਲੋਕ ਤੇ ਪਰਲੋਕ ਕੌਣ ਰੱਖਣ ਵਾਲਾ? ਗੁਰੂ ਸੂਰਮਾ ਰੱਖਣ ਵਾਲਾ। ਇੱਕ ਹੁਕਮ ਰੂਪ ਵਿੱਚ ਆਪ ਸੰਗਤਾਂ ਕਈ ਵਾਰ ਸ਼ਬਦ ਸਰਵਣ ਕਰਦੀਆਂ, ਉਹ ਜਿੱਥੇ ਸਤਿਗੁਰੂ ਕਹਿੰਦੇ ਆਗਿਆ ਸੁਖ ਮੇਰੇ ਮੀਤਾ, ਪਾਛੈ ਆਨੰਦ ਪ੍ਰਭ ਕੀਤਾ, ਪਰਮੇਸ਼ਰ ਬਣਤ ਬਣਾਈ ਫਿਰ ਡੋਲਤ ਕਤੂ ਨਹੀਂ। ਹੁਣ ਜਦੋਂ ਇਸ ਸ਼ਬਦ ਨੂੰ ਪੜ੍ਹਦੇ ਆ ਨਾ, ਤੇ ਮਾਲਕ ਕਹਿੰਦੇ ਨੇ ਵੀ ਅੱਗੇ ਵੀ ਸੁੱਖ ਤੇ ਪਿੱਛੇ ਵੀ ਸੁੱਖ, ਭਾਵ ਲੋਕ ਤੇ ਪਰਲੋਕ ਸੁਹੇਲਾ ਤੇ ਸਫਲ ਹੋ ਜਾਂਦਾ।
ਪਰ ਕਰਨ ਵਾਲਾ ਕੌਣ ਹੈ? ਪਾਸ਼ੇ ਆਨੰਦ ਪ੍ਰਭ ਕੀਤਾ। ਪਰਮੇਸ਼ਰ ਬਣਤ ਬਣਾਈ, ਇਹ ਸਾਰੀ ਦੀ ਸਾਰੀ ਬਣਤ ਉਸ ਪਰਮੇਸ਼ਵਰ ਦੀ ਬਣਾਈ ਹੋਈ ਹੈ। ਫਿਰ ਡੋਲਤ ਕਤਹੂ ਨਹੀਂ, ਉਹ ਕਦੇ ਜੀਵ ਡੋਲਦਾ ਨਹੀਂ। ਰੱਬ ਦਾ ਸਹਾਰਾ ਲਵਾਂਗੇ ਤੇ ਅਡੋਲ ਹੋਵਾਂਗੇ ਨਾ ਅਸੀਂ, ਤੇ ਸਹਾਰਾ ਹੀ ਉਹਨਾਂ ਦਾ ਲੈ ਕੇ ਬੈਠੇ ਆ ਜਿਹੜੇ ਆਪ ਹੀ ਡੋਲਣ ਦੇ ਉੱਤੇ ਬੈਠੇ ਨੇ, ਜਿਹੜੇ ਆਪ ਡੋਲ ਰਹੇ ਨੇ, ਜਾਂ ਆਪ ਜਿਨ੍ਹਾਂ ਕੋਲ ਸਥਿਰਤਾ ਨਹੀਂ, ਅਸੀਂ ਉਹਨਾਂ ਦਾ ਸਹਾਰਾ ਲੈ ਕੇ ਬੈਠਾਂਗੇ। ਸੁਭਾਵਿਕ ਜਿਹੀ ਗੱਲ ਹੈ, ਡੁੱਬਾਂਗੇ ਵੀ, ਡੋਲਾਂਗੇ ਵੀ, ਡਿੱਗਾਂਗੇ ਵੀ। ਜਿਹੜਾ ਸਥਿਰ ਹੋਏਗਾ ਉਹਦਾ ਸਹਾਰਾ ਲਵਾਂਗੇ ਤੇ ਅਸੀਂ ਡੋਲਣ ਦਾ ਵੀ ਡਰ ਮੁੱਕ ਜਾਏਗਾ, ਡਿੱਗਣ ਦਾ ਵੀ ਮੁੱਕ ਜਾਏਗਾ ਤੇ ਡੁੱਬਣ ਦਾ ਵੀ ਮੁੱਕ ਜਾਏਗਾ। ਤਿੰਨੋਂ ਚੀਜ਼ਾਂ ਮੈਂ ਤਾਂ ਰੱਖ ਰਿਹਾ। ਬੇੜੀ ਜਿੰਨਾ ਚਿਰ ਇੱਕ ਜਗ੍ਹਾ ਦੇ ਉੱਤੇ ਵੱਜੀ ਨਾ ਹੋਵੇ, ਉਹਦੇ ਤੇ ਸਵਾਰ ਹੋਣ ਲੱਗਿਆਂ ਹੋ ਸਕਦਾ ਅਸੀਂ ਡਿੱਗ ਜਾਈਏ। ਇੱਕ ਜਗ੍ਹਾ ਤੇ ਟਿਕੀ ਨਾ ਹੋਵੇ ਬੇੜੀ, ਉਹਨੂੰ ਬੰਨਿਆ ਨਾ ਹੋਵੇ, ਉਹਦੇ ਤੇ ਸਵਾਰ ਹੋਣ ਲੱਗਿਆਂ ਹੀ ਹੋ ਸਕਦਾ ਬੇੜੀ ਤੁਰ ਪਏ ਤੇ ਅਸੀਂ ਡਿੱਗ ਪਈਏ। ਜੇ ਅਸੀਂ ਕਿਸੇ ਵੀ ਜਗ੍ਹਾ ਦੇ ਉੱਤੇ ਬੈਠਣ ਲੱਗੀਏ ਜਾਂ ਕਿਸੇ ਵੀ ਜਗ੍ਹਾ ਦੇ ਉੱਤੇ ਅਸੀਂ ਖੜੋਣ ਲੱਗੀਏ, ਉਹ ਜਗ੍ਹਾ ਜਿਹੜੀ ਜਿਸ ਥਾਂ ਤੇ ਅਸੀਂ ਖੜਨ ਲੱਗੇ ਆ ਜਾਂ ਬੈਠਣ ਲੱਗੇ ਆ, ਉਹਨੂੰ ਸਪੋਰਟ ਚੰਗੀ ਨਹੀਂ, ਉਹਨੂੰ ਸਹਾਰਾ ਚੰਗਾ ਨਹੀਂ ਹੈ, ਉਹਦਾ ਇਹ ਭਰੋਸਾ ਨਹੀਂ ਵੀ ਹੁਣੇ ਡਿੱਗ ਪਏ ਤੇ ਜਿਹੜਾ ਉਹਦੇ ਤੇ ਖੜੋਣ ਵਾਲਾ ਉਹ ਕਿਦਾਂ ਜਿਹੜਾ ਬਹੁਤਾ ਚਿਰ ਖੜੋ ਸਕਦਾ। ਜਿਹਨੂੰ ਸੌਖੇ ਜਿਹੇ ਲਫ਼ਜ਼ਾਂ 'ਚ ਕਹਿ ਸਕਦੇ ਆ, ਇੱਕ ਕੁਰਸੀ ਤੇ ਚੇਅਰ ਤੇ ਬੈਠਣ ਲੱਗੇ ਆ, ਅਸੀਂ ਉਹਦੇ ਨਾਲ ਢੋ ਲਾ ਕੇ ਬੈਠੀਏ ਤੇ ਉਹਦੇ ਮਗਰ ਜਿਹੜੀ ਸਪੋਰਟ ਹੈ, ਜਿੱਥੇ ਅਸੀਂ ਢੋ ਲਾ ਕੇ ਬੈਠਣਾ, ਉਹ ਹੀ ਟੁੱਟੀ ਹੋਵੇ ਤੇ ਕਿੰਨਾ ਕੁ ਚਿਰ ਅਸੀਂ ਸਹਾਰਾ ਲੈ ਕੇ ਬੈਠੇ ਰਹਾਂਗੇ। ਜੇ ਬੈਠੇ ਵੀ ਆ ਤੇ ਇੱਕ ਖੌਫ ਬਣਿਆ ਰਹੇਗਾ ਨਾ ਵੀ ਕਿਤੇ ਜੇ ਮੈਂ ਮਗਰ ਢੋ ਲਾਈ, ਪਿੱਠ ਲਾਈ ਤੇ ਮੈਂ ਡਿੱਗ ਪੈਣਾ। ਡੋਲਾਂਗੇ ਵੀ, ਡਿੱਗਾਂਗੇ ਵੀ ਤੇ ਡੁੱਬਾਂਗੇ ਵੀ ਜਦੋਂ ਰੱਬ ਤੋਂ ਛੁੱਟ ਕਿਸੇ ਹੋਰ ਦਾ ਸਹਾਰਾ ਹੋਏਗਾ। ਇਸ ਲਈ ਭੱਟ ਨਲ ਜੀ ਕਹਿ ਰਹੇ, ਕਹਿੰਦੇ ਭਾਈ ਤੁਸੀਂ ਜੇ ਜੀਵਨ ਦੇ ਅੰਦਰ ਲੋਕ ਔਰ ਪਰਲੋਕ ਦੇ ਸੁੱਖ ਚਾਹੁੰਦੇ ਹੋ, ਵੀ ਤੁਹਾਡਾ ਲੋਕ ਵੀ ਸੁਖੀ ਹੋਏ ਤੇ ਪਰਲੋਕ ਵੀ ਸੁਹੇਲਾ ਹੋਏ, ਤੇ ਫਿਰ ਇੱਕੋ ਹੀ ਤਰੀਕਾ ਹੈ ਕਿ ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਆਪਣੇ ਲੋਕ ਔਰ ਪਰਲੋਕ ਨੂੰ ਸੁਹੇਲਿਆਂ ਬਣਾਉਣਾ, ਸਫਲ ਕਰਨਾ, ਤੇ ਤਾਂ ਹੀ ਹੋਏਗਾ ਜੇ ਕਿਤੇ ਤੁਹਾਡੇ ਕੋਲ ਗੁਰੂ ਦੀ ਆਰਾਧਨਾ, ਗੁਰੂ ਦਾ ਚਿੰਤਨ ਤੇ ਗੁਰੂ ਦੀ ਯਾਦ ਹੈ। ਇਹਦੇ ਤੋਂ ਬਿਨਾ ਕਦਾਚਿਤ ਵੀ ਨਹੀਂ, ਕਿਉਂਕਿ ਸਤਿਗੁਰੂ ਨੇ ਇੱਥੋਂ ਤੱਕ ਬਾਣੀ 'ਚ ਲਫ਼ਜ਼ ਵਰਤੇ, ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੂਟੈ ਸੱਜਣਾ। ਇੱਕ ਅਕਾਲ ਪੁਰਖ ਦੀ ਕਿਤੇ ਆਰਾਧਨਾ ਕਰਨ ਦੀ ਤੈਨੂੰ ਜਾਚ ਆ ਜਾਏ, ਇੱਕ ਅੱਖ ਚਮਕਣ ਜਿੰਨੇ ਸਮੇਂ 'ਚ ਤੇਰਾ ਉਧਾਰ ਹੋ ਜਾਏਗਾ। ਪਰ ਇਹਦੇ ਤੋਂ ਬਿਨਾ ਸ਼ਾਇਦ ਨਾ ਅਸੀਂ ਪ੍ਰੇਮ ਦਾ ਰੰਗ ਉਹ ਹਾਸਲ ਕਰ ਸਕੀਏ, ਤੇ ਨਾ ਹੀ ਅਸੀਂ ਇਸ ਲੋਕ ਤੇ ਪਰਲੋਕ ਵਿੱਚ, ਪਰਲੋਕ ਦੀ ਬਾਤ ਹੀ ਬਾਅਦ ਵਿੱਚ ਹੈ, ਉਹਦੀ ਬਾਤ ਹੀ ਇੱਕ ਪਾਸੇ ਜੇ ਆਪਾਂ ਰੱਖ ਦਈਏ ਨਾ, ਇਸ ਲੋਕ ਦੀ ਹੀ ਗੱਲ ਕਰ ਲਈਏ, ਤੇ ਲੋਕ ਵਿੱਚ ਵੀ ਅਸੀਂ ਕੋਈ ਬਹੁਤੇ ਪ੍ਰਸੰਨ ਨਹੀਂ ਆ। ਕਿਹੜਾ ਜੀਵ ਹੈ ਜਿਹੜਾ ਇਹ ਕਹਿ ਸਕਦਾ ਵੀ ਮੇਰੇ ਕੋਲ ਸਾਰੇ ਸੁੱਖ ਹੈ ਪਰ ਮੈਂ ਅੱਜ ਤੱਕ ਗੁਰੂ ਨੂੰ ਆਰਾਧਿਆ ਨਹੀਂ, ਅੱਜ ਤੱਕ ਮੈਂ ਧਰਮ ਦਾ ਜ਼ਿਕਰ ਵੀ ਨਹੀਂ ਕੀਤਾ। ਚਾਹੇ ਕੋਈ ਅਧਰਮੀ ਹੈ, ਭਾਵੇਂ ਕੋਈ ਨਾਸਤਕ ਹੈ, ਭਾਵੇਂ ਕੋਈ ਰੱਬ ਨੂੰ ਮੰਨਣ ਵਾਲਾ ਤੇ ਭਾਵੇਂ ਨਾ ਮੰਨਣ ਵਾਲਾ, ਪਰ ਜਦੋਂ ਵੀ ਕਿਤੇ ਜੀਵਨ ਦੁੱਖ ਤੇ ਵਿਪਤਾਵਾਂ ਵਿੱਚ ਆਉਂਦਾ ਨਾ, ਉਦੋਂ ਹਿਰਦੇ ਚੋਂ ਇੱਕ ਪੁਕਾਰ ਨਿਕਲਦੀ ਹੈ। ਉਹ ਰੱਬ ਨੂੰ ਮੰਨਣ ਵਾਲਿਆਂ ਦੇ ਵਿੱਚੋਂ ਵੀ ਨਿਕਲਦੀ। ਉਹ ਡਾਇਰੈਕਟ ਕਹਿ ਦਿੰਦਾ ਵੀ ਰੱਬਾ ਮੇਰੇ ਜੀਵਨ ਦੇ ਵਿੱਚ ਮੈਨੂੰ ਸੁੱਖ ਦੇ। ਤੇ ਜਿਹੜਾ ਰੱਬ ਨੂੰ ਨਾ ਮੰਨਣ ਵਾਲਾ, ਉਹ ਕਿਸੇ ਜ਼ਰੀਏ, ਕਿਸੇ ਢੰਗ ਦੇ ਨਾਲ ਆਪਣੇ ਹਿਰਦੇ ਚੋਂ ਪੁਕਾਰ ਉਹ ਵੀ ਜ਼ਰੂਰ ਕੱਢਦਾ ਹੈ। ਨਿਕਲਦੀ ਉਹਦੇ ਹਿਰਦੇ ਵਿੱਚੋਂ ਵੀ ਪੁਕਾਰ ਹੈ, ਤੇ ਉਸ ਹਿਰਦੇ ਚੋਂ ਵੀ ਨਿਕਲਦੀ ਜਿਹੜਾ ਰੱਬ ਨਾਲ ਜੁੜਿਆ। ਫਰਕ ਸਿਰਫ ਇੰਨਾ, ਜਿਹੜਾ ਰੱਬ ਨੂੰ ਮੰਨਣ ਵਾਲਾ ਉਹ ਸਿੱਧਾ ਰੱਬ ਨੂੰ ਕਹਿ ਦਿੰਦਾ ਵੀ ਰੱਬਾ ਮੈਂ ਜੀਵਨ ਬੜਾ ਦੁੱਖ ਭਰਿਆ, ਵਿਪਤਾਵਾਂ ਭਰਿਆ ਲੰਘਾ ਰਿਹਾ, ਪਰ ਹੁਣ ਜੀਵਨ ਵਿੱਚ ਸੁੱਖ ਚਾਹੁੰਦਾ। ਤੇ ਜਿਹੜਾ ਰੱਬ ਨੂੰ ਨਾ ਮੰਨਣ ਵਾਲਾ, ਉਹ ਕਿਸੇ ਜ਼ਰੀਏ, ਕਿਸੇ ਹੋਰ ਢੰਗ ਨਾਲ, ਕਿਸੇ ਹੋਰ ਤਰੀਕੇ ਨਾਲ ਉਹਦੇ ਹਿਰਦੇ ਚੋਂ ਪੁਕਾਰ ਨਿਕਲਦੀ, ਪਰ ਪੁਕਾਰ ਉਹਦਾ ਹਿਰਦਾ ਵੀ ਜ਼ਰੂਰ ਕਰਦਾ ਹੈ। ਭਾਵੇਂ ਲੱਖ ਕਹੀ ਜਾਏ ਮੈਂ ਰੱਬ ਨੂੰ ਨਹੀਂ ਮੰਨਦਾ,
ਤੇ ਅੱਜ ਭੱਟ ਨੱਲਿਆ ਜੀ ਨੇ ਆ ਦੋ ਸਵਈਆਂ ਵਿੱਚ, ਦੋ ਸ਼ਬਦਾਂ ਵਿੱਚ ਪਾਵਨ ਜੋ ਸਾਨੂੰ ਬਖਸ਼ਿਸ਼ ਕੀਤਾ। ਜੇ ਸਮਾਜ ਵਿੱਚ ਇੱਜ਼ਤ ਚਾਹੀਦੀ ਹੈ ਤਾਂ ਵੀ ਰੱਬ ਦੀ ਅਰਾਧਨਾ, ਕਿਉਂਕਿ ਰੱਬ ਹੀ ਹੈ ਜਿਹੜਾ ਪੱਤ ਦੇ ਸਕਦਾ। ਉਹਦੇ ਪ੍ਰਤੀ ਹੀ ਸਤਿਗੁਰੂ ਨੇ ਆਖਿਆ ਸੀ, ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ। ਉਹ ਅਕਾਲ ਪੁਰਖ ਪਰਮੇਸ਼ਵਰ ਹੈ ਜਿਹੜਾ ਵਡਿਆਈਆਂ ਦੇ ਕੇ ਕਦੇ ਪਛਤਾਉਂਦਾ ਨਹੀਂ। ਮਾਨ ਸਨਮਾਨ ਇੱਜ਼ਤ ਸਤਿਕਾਰ ਦਿਵਾਉਣ ਵਾਲਾ ਉਹੀ ਹੈ। ਇੱਜ਼ਤ ਚਾਹੀਦੀ ਤੇ ਉਹਦੀ ਅਰਾਧਨਾ, ਲੋਕ ਤੇ ਪਰਲੋਕ ਦੇ ਸੁੱਖ ਚਾਹੀਦੇ ਗੁਰੂ ਦੀ ਅਰਾਧਨਾ। ਗੁਰੂ ਨੂੰ ਹੀ ਭੱਟ ਨਾਲਿਆ ਜੀ ਸਾਨੂੰ ਜਪਣ ਵਾਸਤੇ ਆਖਰੇ। ਇਸ ਲਈ ਕੋਸ਼ਿਸ਼ ਇਹ ਕਰਿਆ ਕਰੋ ਕਿਤੇ ਮਨਾਂ ਨੂੰ ਕਹਿਣ ਦੀ ਜਾਚ ਆ ਜਾਏ, ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ, ਗੁਰ ਕੀ ਟੇਕ ਰਹੋ ਦਿਨ ਰਾਤ, ਜਾ ਕੀ ਕੋਏ ਨਾ ਮਿਟੈ ਦਾਤ। ਸਤਿਗੁਰੂ ਪਾਤਸ਼ਾਹ ਰਹਿਮਤ ਕਰਨ, ਕਿਤੇ ਗੁਰੂ ਸਾਹਿਬ ਅੱਗੇ ਝੋਲੀਆਂ ਫੈਲਾ ਕੇ ਆਖਣ ਦੀ ਕਿਤੇ ਜਾਚ ਆ ਜਾਏ, ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਓ ਇਹੋ, ਨਾਨਕ ਚਾਓ ਇਹੋ। ਵਿਸਰ ਨਾਹੀ ਦਾਤਾਰ, ਵਿਸਰ ਨਾਹੀ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਸਾਡੇ ਸਭਨਾਂ ਦੀ ਝੋਲੀ ਵਿੱਚ ਆਪਣੇ ਨਾਮ ਦੀਆਂ ਦਾਤਾਂ ਗੁਰਸਿੱਖੀ ਜੀਵਨ ਪਾਉਣ, ਤਾਂ ਜੋ ਸਾਡੇ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਤਿਗੁਰਾਂ ਦੇ ਪਾਵਨ ਬਚਨ ਆਪਣੇ ਹਿਰਦੇ ਵਿੱਚ ਵਸਾ ਲਈਏ। ਜੋ ਤਾ ਸਭ ਸੁਖ ਇਤ ਉਤ ਤੁਮ ਬੰਚਵਹੁ, ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪਰਾਨੀਅ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।